ਸ੍ਰੀ ਵਾਹਿਗੁਰੂ ਜੀ। ਸੁਣਿਆ ਈਸਰ ਬਰਮਾ ਇੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ 9ਵੀਂ ਪੌੜੀ ਸਤਿਗੁਰੂ ਜੀ ਆਪਣੀ ਰਸਨਾ ਦੁਆਰਾ ਸਿੱਧਾਂ ਦੇ ਨਾਲ ਵਿਚਾਰਾਂ ਹੋ ਰਹੀਆਂ ਹਨ। ਉਹਨਾਂ ਨੇ ਸਰਵਣ ਕਰਨ ਦੀ ਗੱਲ ਪੁੱਛੀ ਸੀ ਔਰ ਨਾਲ ਜਿਹੜੇ ਗਿਆਨ ਦੇ ਸਾਧਨ ਵੀ ਉਹ ਵੀ ਕਥਨ ਕਰੋ। ਸਰਵਣ ਮੰਨਣ ਨਿਧਿਆਸਨ ਤਤ ਤੁਮ ਪਦਾ ਸੰਸ਼ੋਧਨ। ਉਹਨਾਂ ਦੀ ਵਿਚਾਰ ਵੀ ਇਹਦੇ ਅੰਤਰਭੂਤ ਹੈ। ਜਿਹੜੀਆਂ ਸੁਣਨ ਦੇ ਮਹਾਤਮ ਦੀਆਂ 4 ਪੌੜੀਆਂ ਨੂੰ ਉਹਦੇ ਵਿੱਚੋਂ ਜਿਸ ਪ੍ਰਕਾਰ 8ਵੀਂ ਪੌੜੀ ਪਿੱਛੇ ਹੋ ਚੁੱਕੀ ਹੈ, 9ਵੀਂ ਪੌੜੀ ਤੇ ਫਿਰ ਸਤਿਗੁਰੂ ਜੀ ਸਰਵਣ ਦਾ ਮਹਾਤਮ ਦੱਸਦੇ ਨੇ। ਸੁਣੋ ਸ੍ਰੀ ਵਾਹਿਗੁਰੂ ਜੀ। ਸੁਣਿਆ ਈਸਰ ਬਰਮਾ ਇੰਦ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਹੈ ਸਿੱਧੋ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਉਹ ਨਾਮ ਨੂੰ ਸੁਣਿਆ ਸੁਣਨ ਕਰਕੇ। ਈਸ਼ਰ ਨਾਮ ਹੈ ਸ਼ਿਵ ਜੀ ਦਾ। ਸੁਣਿਆ ਈਸ਼ਰ, ਵਿਸਰਾਮ ਸੁਣਿਆ ਤੇ ਲੱਗਣੇ ਨਾ। ਈਸ਼ਰ ਨਾਮ ਸ਼ਿਵ ਜੀ ਦਾ ਹੈ। ਇਸ ਤੋਂ ਅੱਗੇ ਬਰਮਾ ਜਿਹੜਾ ਇਹਨਾਂ 3 ਦੇਵਤਿਆਂ ਦੇ ਜੀ ਦੇਵਤਾ ਹੈ, ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਵਾਹਿਗੁਰੂ ਦੇ ਹੁਕਮ ਵਿੱਚ। ਇੰਦ ਦੇ 2 ਨਾਮ ਨੇ। ਪਹਿਲੇ ਨਾਮ ਦੇ ਵਿੱਚ ਵਿਸ਼ਨੂੰ, ਬਰਮਾ ਵਿਸ਼ਨੂੰ ਸ਼ਿਵ ਜੀ, ਜਾਂ ਫਿਰ ਇੰਦਰ ਦੇਵਤਾ। ਤੇ ਇੰਦ ਨਾਮ ਚੰਦਰਮਾ ਦਾ ਵੇ, ਚੰਦਰ ਦੇਵਤਾ, ਇੰਦਰ ਦੇਵਤਾ, ਬਰਮਾ ਵਿਸ਼ਨੂੰ ਸ਼ਿਵ ਜੀ। ਇਹ ਜਿਨ੍ਹਾਂ ਦੇ ਨਾਮ ਗਿਣੇ ਨਾ, ਇਹ ਸਾਰੇ ਉੱਚੀਆਂ ਪਦਵੀਆਂ ਨੂੰ ਪ੍ਰਾਪਤ ਹੋਏ ਨੇ, ਪਰ ਇਹ ਨਾਮ ਦੇ ਸੁਣਨ ਕਰਕੇ ਹੀ ਇਹਨਾਂ ਨੂੰ ਪਦਵੀਆਂ ਮਿਲੀਆਂ। ਦੂਸਰਾ ਭਾਵ ਇਹਦਾ ਇਹ ਵੀ ਹੈ, ਨਾਮ ਦੀ ਮਹਿਮਾ ਈਸ਼ਰ ਕੀ ਹੈ। ਸ਼ਿਵ, ਬ੍ਰਹਮਾ, ਇੰਦਰ ਦੇਵਤਾ ਤੇ ਚੰਦਰ ਦੇਵਤਾ, ਇਹਨਾਂ ਪਾਸੋਂ ਵੀ ਮਹਿਮਾ ਸੁਣੀ ਗਈ ਹੈ। ਤੇ ਉਸ ਪ੍ਰਭੂ ਦੇ ਨਾਮ ਦੀ ਮਹਿਮਾ ਈਸ਼ਰ ਸ਼ਿਵ ਜੀ ਵੀ ਸੁਣਦਾ ਹੈ, ਬ੍ਰਹਮਾ ਵੀ ਸੁਣਦਾ ਹੈ। ਇੰਦਰ ਦੇਵਤਾ ਵੀ ਨਾਮ ਦੀ ਮਹਿਮਾ ਸੁਣ ਕੇ ਗੌਤਮ ਰਿਸ਼ੀ ਦੇ ਸ਼ਰਾਪ ਤੋਂ ਮੁਕਤ ਹੋਇਆ ਸੀ। ਵਾਹਿਗੁਰੂ ਦੀ ਮਹਿਮਾ ਅਪਰੰਪਾਰ ਹੈ, ਇਹ ਸਾਰੇ ਸੁਣਦੇ। ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜੇ ਨਾਮ ਦੀ ਮਹਿਮਾ ਸੁਣਿਆ, ਸੁਣਨ ਦਾ ਸਦਕਾ ਹੀ ਈਸ਼ਰ ਸ਼ਿਵ ਜੀ, ਜਿਸ ਨੇ ਸਮੁੰਦਰ ਮੱਥਣ ਵੇਲੇ ਜੋ ਜ਼ਹਿਰ ਨਿਕਲਿਆ ਸੀ ਆਪਣੇ ਕੰਠ ਦੇ ਵਿੱਚ ਪਹੁੰਚਾਇਆ। 88,000 ਵਰ੍ਹਾ ਸ਼ਿਵ ਜੀ ਨੇ ਸਮਾਧੀ ਲਗਾ ਕੇ ਸਰਵਣ ਦੇ ਮਹਾਤਮ ਨੂੰ ਗਾਉਂਦਾ ਰਿਹਾ। ਬ੍ਰਹਮਾ ਜਿਹੜਾ 10 ਲੱਖ ਵਰ੍ਹੇ ਅਕਾਲ ਪੁਰਖ ਦਾ ਸਰਵਣ ਸਿਮਰਨ ਕੀਤਾ ਤੇ ਸ੍ਰਿਸ਼ਟੀ ਰਚਣ ਦੀ ਤਾਕਤ ਦੇ ਵਿੱਚ ਆਈ। ਇੰਦਰ ਵੀ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਨੂੰ ਸਰਵਣ ਕਰਕੇ ਸਹਿਜ ਭਗਾਂ ਵਾਲੀ ਸ਼ਰਾਪ ਤੋਂ ਮੁਕਤ ਹੋਇਆ ਸੀ। ਤੇ ਇੰਦ ਚੰਦਰਮਾ ਆਪਣੇ ਗੁਰੂ ਬ੍ਰਹਸਪਤੀ ਦੀ ਇਸਤਰੀ ਗੁਰੂ ਮਾਂ ਦੇ ਨਾਲ ਕੁਕਰਮ ਕਰਨ ਕਰਕੇ ਬੁੱਧ ਨਾਮੇ ਪੁੱਤਰ ਪੈਦਾ ਕੀਤਾ ਸੀ ਤੇ ਗੁਰੂ ਦਾ ਸ਼ਰਾਪ ਹੋਇਆ ਸੀ। ਉਹ ਇਹਨੂੰ ਕਲੰਕ ਲੱਗਿਆ। ਨਾਮ ਸਰਵਣ ਕਰਕੇ ਹੀ ਇਹ ਸ਼ਾਂਤ ਹੋਇਆ ਸੀ। ਜੈਸਾ ਕਿ ਪਰ ਨਾਰੀ ਕੇ ਭਜੇ ਚੰਦਰ ਕਲੰਕ ਲਗਾਏ, 10ਵੇਂ ਗ੍ਰੰਥ ਵਿੱਚ ਮਹਾਰਾਜ ਸਾਹਿਬ ਦਾ ਕਥਨ ਹੈ। ਤੋ ਇਸ ਕਰਕੇ ਨਾਮ ਦੀ ਜਿਹੜੀ ਮਹਿਮਾ ਉਹ ਬੜੀ ਹੈ। ਨਾਮ ਨੂੰ ਸੁਣ ਕਰਕੇ ਈਸ਼ਰ ਜਿਹੜਾ ਸ਼ਿਵ, ਬ੍ਰਹਮਾ, ਇੰਦਰ, ਚੰਦਰ ਦੇਵਤਾ, ਇਹਨਾਂ ਨੂੰ ਗਿਆਨ ਜਿਹੜਾ ਪ੍ਰਾਪਤ ਹੋਇਆ ਵੀ ਇਹ ਸੁਣਨ ਕਰਕੇ ਹੀ ਹੋਇਆ। ਨਾਮ ਦੀ ਮਹਿਮਾ ਸੁਣੀ ਹੈ। ਤੇ ਸ਼ਿਵ ਜੀ ਪਾਰਵਤੀ ਨੂੰ ਨਾਮ ਦੀ ਮਹਿਮਾ ਸਰਵਣ ਕਰਾ ਰਹੇ ਕਿ ਨਾਮ ਸਾਰਿਆਂ ਨੂੰ ਸੱਤਾ ਸੁਪੁਰਤੀ ਦੇਣ ਵਾਲਾ ਹੈ। ਇਹ ਪ੍ਰਸੰਗ ਅਧਿਆਤਮ ਰਮਾਇਣ ਚ ਪੰਡਤ ਗੁਲਾਬ ਸਿੰਘ ਜੀ ਨੇ ਲਿਖਿਆ ਹੈ। ਉਹਦੇ ਚ ਰਾਮ ਰਿਦਾ ਕਰਕੇ ਪ੍ਰਸਿੱਧ ਹੈ ਪ੍ਰਸੰਗ। ਬ੍ਰਹਮਾ ਜਿਹੜਾ ਹੈ ਉਹ ਬ੍ਰਹਮ ਪੁਰਾਣ ਦੇ ਵਿੱਚ ਜ਼ਿਕਰ ਹੈ ਕਿ 60,000, ਕਈਆਂ ਨੇ ਲੱਖ ਵੀ ਮੰਨਿਆ, ਆਪਣੇ ਬਾਲ ਖਲ ਪੁੱਤਰਾਂ ਨੂੰ, ਰਿਸ਼ੀਆਂ ਤੇ ਸੰਕਾਦਾਂ ਨੂੰ ਨਾਮ ਦੀ ਮਹਿਮਾ ਸੁਣਾ ਰਿਹਾ। ਬ੍ਰਹਮਾ ਇੰਦ, ਬ੍ਰਹਮਾ ਦਾ ਇੰਦ ਕੌਣ ਹੈ? ਪਾਤਸ਼ਾਹ ਵਿਸ਼ਨੂੰ। ਉਹ ਆਪਣੇ ਭਗਤਾਂ ਨੂੰ ਸਰਵਣ ਉਪਦੇਸ਼ ਦਿੰਦਾ ਹੈ, ਨਾਮ ਦੀ ਮਹਿਮਾ ਸੁਣਾਉਂਦਾ ਹੈ।
ਤੇ ਚੰਦਰਮਾ ਜਿਹੜਾ ਹੈ ਉਹਦੇ ਵੱਲੋਂ ਗੋਪਾਲਤਾ ਆਪਣੀ ਉਪਨਿਸ਼ਦ ਹੈ, ਉਹਦੇ ਵਿੱਚ ਲੋਕਾਂ ਨੂੰ ਅਤੇ ਮੁਨੀਆਂ ਨੂੰ ਉਪਦੇਸ਼ ਦਿੰਦੇ ਆ। ਪਰਮੇਸ਼ਰ ਦੇ ਮਿਲਣ ਦਾ ਸਾਧਨ ਜਿਹੜਾ ਹੈ ਉਹ ਨਾਮ ਸਰਵਣੀ ਕਥਨ ਕਰਦਾ ਹੈ। ਇਸ ਕਰਕੇ ਸਾਰੇ ਪਰਮੇਸ਼ਰ ਦਾ ਨਾਮ ਸਰਵਣ ਕਰਕੇ ਉਹਨਾਂ ਨੇ ਮਹਿਸੂਸ ਕੀਤਾ ਹੈ ਉਹ ਵੱਡਾ ਮਹਾਤਮ ਦੱਸ ਰਹੇ ਨੇ ਸਿੱਧੋ। ਤੇ ਤੁਹਾਨੂੰ ਸ਼ੰਕਾ ਕਿਸ ਤਰ੍ਹਾਂ ਇਸ ਗੱਲ ਦੀ? ਇਹ ਇਹਦਾ ਪ੍ਰਤਾਪ ਹੈ। ਉਸ ਪ੍ਰਭੂ ਦੇ ਨਾਮ ਨੂੰ ਸੁਣਨ ਕਰਕੇ ਹੀ ਉੱਚੀਆਂ ਪਦਵੀਆਂ ਪਾਈ ਦੀਆਂ ਤੇ ਉੱਚੀਆਂ ਪਦਵੀਆਂ ਦਾ ਜ਼ਿਕਰ ਜੇ ਕਰੀਏ, ਸਭ ਤੋਂ ਈਸ਼ਰ ਸ਼ਿਵ ਸੰਗਤਾ ਦੇ ਅੰਦਰ ਲਿਖਿਆ ਹੈ, ਸ਼ਿਵ ਸੰਗਤਾ ਸ਼ਿਵ ਕਹੇ। ਉਹਦੇ ਚ ਤਮਾਕੂ ਨਿਸ਼ੇਧ ਵੀ ਕੀਤਾ ਹੈ ਕਿ ਉਹ ਨ ਦੁਮਰਪਾਨ ਤਾਂ ਕੀ ਹਤਿਆ ਤਾਂ ਮਿਟਾ ਜਾਓ ਕੀ ਹੋਗਾ ਗਸ਼ਨਾ। ਇਸ ਕਰਕੇ ਉਹਦੇ ਚ ਸ਼ਿਵ ਜੀ ਨੇ ਕਿਹਾ ਸ਼ਿਵ ਸੰਗਤਾ ਦੇ ਵਿੱਚ ਕਿ ਨਾਮ ਸਰਵਣ ਕਰਕੇ ਮੇਰੇ ਕੋਲ ਜਿਹੜੀ ਸ਼ਿਵ ਦੀ ਪਦਵੀ ਹੈ ਇਹ ਨਾਮ ਦੇ ਪ੍ਰਤਾਪ ਕਰਕੇ ਹੈ। ਸ਼ਿਵ ਸੰਗਤਾ ਵਿੱਚ ਲਿਖਿਆ ਜਿਹੜਾ ਬ੍ਰਹਮਾ ਹੈ ਉਹ ਬ੍ਰਹਮ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਬ੍ਰਹਮਾ ਕਹਿੰਦਾ ਹੈ ਕਿ ਪ੍ਰਭੂ ਦਾ ਨਾਮ ਸਰਵਣ ਕਰਕੇ ਮੈਂ ਬ੍ਰਹਮ ਪਦਵੀ ਜਿਹੜੀ ਪਾਈ ਹੈ ਬ੍ਰਹਮਾ ਦੀ, ਇਹ ਨਾਮ ਦੇ ਪ੍ਰਤਾਪ ਕਰਕੇ ਪਾਈ ਹੈ, ਨਾਮ ਦਾ ਹੀ ਸਰਵਣ ਕੀਤਾ। ਤੋ ਇਸੇ ਤਰ੍ਹਾਂ ਹੋਰ ਅੱਗੇ ਚਲੀ ਤਾਂ ਵਸ਼ਿਸ਼ਟ ਪੁਰਾਣ ਦੇ ਅੰਦਰ ਵਸ਼ਿਸ਼ਟ ਮੁਨੀ ਦੇ ਪ੍ਰਸੰਗ ਵਿੱਚ ਲਿਖਿਆ ਹੈ ਕਿ ਇੰਦਰ ਨਾਮੇ ਬ੍ਰਾਹਮਣ ਦੇ 10 ਪੁੱਤਰ ਜੋ ਪਰਮੇਸ਼ਰ ਦੇ ਨਾਮ ਸਰਵਣ ਕਰਕੇ 10 ਬ੍ਰਹਮੇ ਬਣੇ, 10 ਸ੍ਰਿਸ਼ਟੀਆਂ ਸਾਜੀਆਂ। ਇਉਂ ਵਾਹਿਗੁਰੂ ਪਰਮੇਸ਼ਰ ਦਾ ਜਦੋਂ ਬ੍ਰਹਮਾ ਦੀ ਸਮਾਧੀ ਖੋਲੀ ਕਹਿੰਦਾ ਮੈਂ ਤਾਂ ਸ੍ਰਿਸ਼ਟੀ ਰਚਣ ਵਾਸਤੇ ਜੇ ਤਪੀ ਕਰਦਾ, ਸ੍ਰਿਸ਼ਟੀ ਕਿਹਨੇ ਰਚ ਦਿੱਤੀ? ਆਕਾਸ਼ਬਾਣੀ ਹੋਈ ਬ੍ਰਹਮਾ ਤੂੰ ਇਕੱਲਾ ਹੀ ਨਹੀਂ ਹੈ। ਇਸ ਕਰਕੇ ਇਹ ਸ੍ਰਿਸ਼ਟੀ ਹੋਰ ਵੀ ਬ੍ਰਹਮੇ ਰਚਦੇ, ਹੋਰ ਵੀ ਬਥੇਰੇ ਬ੍ਰਹਮੇ ਹਨ। ਤੋ ਇਸ ਕਰਕੇ ਇਹ ਸਾਰੀਆਂ ਪਦਵੀਆਂ ਪਰਮੇਸ਼ਰ ਦੇ ਨਾਮ ਦੇ ਅਧੀਨ। ਬ੍ਰਹਮਾ ਇੰਦ, ਬ੍ਰਹਮਾ ਦਾ ਜੋ ਇੰਦ ਬਾਦਸ਼ਾਹ ਵਿਸ਼ਨੂੰ ਮਾਲਕ, ਉਹ ਨਰਸਿੰਘ ਤਾਪਨੀ ਉਪਨਿਸ਼ਦ ਦੇ ਵਿੱਚ ਇਹ ਗੱਲ ਕਹਿੰਦੇ ਨੇ ਭਗਵਾਨ ਵਿਸ਼ਨੂੰ ਵੀ 70,000 ਸਾਲ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਕੇ ਇਹ ਵਿਸ਼ਨੂੰ ਦੀ ਪਦਵੀ ਪ੍ਰਾਪਤ ਪਾਈ। ਤੋ ਇਸ ਕਰਕੇ ਇਹ ਸਾਰੇ ਵੱਡੇ ਵੱਡਿਆਂ ਦਾ ਨਾਮ ਲੈ ਕੇ ਮਹਾਰਾਜ ਨੇ ਸਿੱਧਾਂ ਨੂੰ ਦੱਸਿਆ ਵੀ ਐਡੇ ਐਡੇ ਜਿਹੜੇ ਉਹ ਨਾਮ ਦੇ ਮਹਾਤਮ ਕਰਕੇ ਪ੍ਰਾਪਤ। ਇਸ ਤੋਂ ਇਲਾਵਾ ਇਹ ਵੀ ਅਰਥ ਹੈ ਵੀ ਉਸ ਪ੍ਰਭੂ ਦਾ ਨਾਮ ਜਿਨ੍ਹਾਂ ਨੂੰ ਸੁਣਿਆ ਹੈ, ਸੁਣ ਕਰਕੇ ਇੰਦ ਨਾਮ ਪ੍ਰਕਾਸ਼ ਦਾ ਹੁੰਦਾ ਹੈ। ਪ੍ਰਕਾਸ਼ ਰੂਪ ਕੌਣ ਹੈ? ਬ੍ਰਹਮਾ ਤੋਂ ਭਾਵ ਹੈ ਬ੍ਰਹਮ, ਬ੍ਰਹਮ ਪ੍ਰਕਾਸ਼ ਰੂਪ ਹੈ, ਵਿਆਪਕ ਹੈ। ਈਸ਼ਰ ਈਸ਼ਵਰ ਹੈ, ਉਹਦਾ ਰੂਪ ਹੋ ਜਾਈਦਾ ਹੈ। ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਹੀ ਜੀਵ ਜਿਹੜਾ ਈਸ਼ਰ ਸ਼ਿਵ ਜੀ ਅਤੇ ਬ੍ਰਹਮਾ ਆਦਿ ਇੰਦ ਮਾਲਕ ਜੋ ਪਰਮੇਸ਼ਰ ਹੈ ਉਹਦਾ ਰੂਪ ਹੀ ਹੋ ਜਾਂਦਾ ਹੈ। ਐਡਾ ਵੱਡਾ ਸਰਵਣ ਦਾ ਮਹਾਤਮ ਹੈ। ਸੁਣਿਆ ਮੁਖ ਸਲਾਹਣ ਮੰਦ, ਨਾਮ ਨੂੰ ਸੁਣ ਕਰਕੇ ਜੀਵ ਆਪਣੇ ਮੁਖ ਮੂੰਹ ਤੋਂ ਪ੍ਰਭੂ ਦੀ ਸਲਾਹਣਾ ਸਿਫਤ ਸਲਾਉਣੇ ਮੰਦ ਦਾ ਬਾਲਾ, ਮੰਦ ਦਾ ਵਾਲਾ ਹੁੰਦਾ ਹੈ, ਉਹਦੇ ਵਾਲਾ ਹੋ ਜਾਂਦਾ ਹੈ। ਮਨ ਦਾ ਭਾਵ ਇਹ ਸਮਝਣਾ ਜਿਵੇਂ ਅਕਲਮੰਦ ਅਕਲ ਵਾਲਾ, ਦੌਲਤਮੰਦ ਦੌਲਤ ਵਾਲਾ। ਤੋ ਇਸ ਕਰਕੇ ਸਲਾਉਣੇ ਉਹਦੇ ਜੋਗਾ ਹੋ ਜਾਂਦਾ। ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਜੀਵ ਉਹਦੀ ਸਲਾਹਣਾ ਸਿਫਤ ਸਲਾਉਣੇ ਕਰਦੇ ਨੇ, ਜਿਸ ਦਾ ਸਦਕਾ ਉਹਨਾਂ ਦੇ ਹਿਰਦਿਆਂ ਦੇ ਅੰਦਰ ਮੁਖ ਕੀਏ ਮੁਖੀ ਸ਼੍ਰੋਮਣੀ ਸੱਚੇ ਸਤਿਗੁਰੂ ਜੀ ਦਾ ਮੰਦ ਉਸਤਤ ਹਿਰਦੇ ਵਿੱਚ ਵਸ ਜਾਂਦੀ ਹੈ। ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਹੀ ਮਨ ਦੇ ਸੰਕਲਪ ਚੇਤਵਣੀਆਂ ਜਿਹੜੀਆਂ ਕਰਦਾ ਰਹਿੰਦਾ ਹੈ ਉਹ ਖਤਮ ਹੋ ਜਾਂਦੀਆਂ ਤੇ ਮੁਖ ਮੁਖੀਆਂ ਕਰਕੇ ਸਲਾਉਣ ਦੇ ਯੋਗ ਹੋ ਜਾਂਦਾ ਹੈ। ਉਸ ਪ੍ਰਭੂ ਦੇ ਨਾਮ ਨੂੰ ਸੁਣ ਕਰਕੇ ਹੀ ਮੰਦ ਮੰਦੇ, ਜਿਨ੍ਹਾਂ ਨੂੰ ਮੰਦ ਜਾਤੀ ਵਾਲੇ ਕਿਹਾ ਜਾਂਦਾ ਸੀ, ਤੇ ਉਹ ਚੰਗੇ ਨਾਮ ਸਿਮਰਨ ਸਰਵਣ ਕਰਕੇ ਕਰਮ ਕਰਨ ਵਾਲੇ ਮੁਖ ਮੁਖੀ ਹੋਏ ਸਲਾਉਣੇ ਯੋਗ ਹੋ ਜਾਂਦੇ ਨੇ। ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਜਿਸ ਨੀਚ ਕੋ ਕੋਏ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਡ ਮਾਨੈ। ਜਾਂ ਫਿਰ ਗੰਗੰ ਖਟ ਸ਼ਾਸਤਰ ਹੋਏਂਗੇ ਆਤਾ, ਪੂਰਵ ਕੁੰਭਕ ਰੇਚਕ ਕਰਮਾਤਾ, ਗਿਆਨ ਧਿਆਨ ਤੀਰਥ ਇਸ਼ਨਾਨੀ, ਸੋਮ ਪਾਕ ਅਪਰਸ ਉਧਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕੁਛ ਕੀਨੋ ਸੋ ਅਨੇਤਾ, ਵਾਤੇ ਊਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੇ ਗੋਪਾਲਾ।
ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਏ। ਇਹ ਨਾਮ ਦੀਆਂ ਮਹਿਮਾ ਹਨ ਜੀ। ਸੁਣਿਆ ਜੋਗ ਜੁਗਤ ਤਨ ਭੇਦ। ਉਹ ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਜੋਗ ਦੇ ਵਿੱਚ ਜੁਗਤ ਜੁੜਨ ਦੀ, ਤਨ ਸਰੀਰ ਦੇ ਭੇਦਾਂ ਦੀ ਸਮਝ ਪੈਂਦੀ ਹੈ। ਗ੍ਰੰਥਾਂ ਦੇ ਵਿੱਚ ਜ਼ਿਕਰ ਹੈ, ਖਾਸ ਕਰਕੇ ਨਾਰਾਇਣ ਹਰੀ ਉਪਦੇਸ਼ ਦੇ ਵਿੱਚ 72 ਕਰੋੜ 72 ਲੱਖ 10,201 ਨਾੜੀਆਂ ਮਨੁੱਖ ਦੇ ਅੰਦਰ। ਜੇ ਇਹਨਾਂ ਨਾੜੀਆਂ ਦੇ ਸਿਰੇ ਜੋੜ ਕੇ ਇੰਨਾ ਲੰਮਾ ਹੋ ਜਾਂਦਾ ਹੈ, ਅਤ ਕਥਨੀ ਲੱਗਦੀ ਹੈ ਜੋ ਡਾਕਟਰਾਂ ਨੇ ਦੱਸੀ। ਬਹੁਤ ਇੰਨਾ ਕੁਛ ਇਹ ਸਰੀਰ ਦੇ ਵਿੱਚ ਹੈ। ਉਹ ਤਨ ਦੇ ਭੇਦ ਜਿਹੜੇ ਨੇ ਉਹ ਸਾਰੇ ਨਾਮ ਦੇ ਸਰਵਣ ਕਰਕੇ ਪ੍ਰਾਪਤ ਹੋ ਜਾਂਦੇ ਨੇ। ਨਾਮ ਰਤੇ ਜੋਗ ਜੁਗਤ ਵਿਚਾਰ। ਪ੍ਰਭੂ ਦੇ ਨਾਮ ਸੁਣਿਆ ਸੁਣ ਕਰਕੇ ਆਤਮਨੀ ਪਰਮਾਤਮਨੀ ਯੁਜੰਤੀ ਸਾਜੋਗਾ। ਤੇ ਇਸ ਪ੍ਰਕਾਰ ਇਹ ਸਾਰਾ ਕੁਝ ਜਿਹੜਾ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੇ ਜੋੜਨ ਕਰਕੇ। ਤਨ ਸਰੀਰ ਦੇ ਜਿੰਨੇ ਵੀ ਭੇਦ ਉਹ ਆਪਣੇ ਆਪ ਆ ਜਾਂਦੇ ਨੇ। ਇੱਕ ਗੁੱਝਾ ਭੇਦ ਕੀ ਹੈ ਕਿ ਸਰੀਰ ਅਸਤ ਜੜ ਦੁਖ ਰੂਪ ਹੈ, ਆਤਮਾ ਸਤਚਿਤ ਆਨੰਦ ਰੂਪ ਹੈ। ਨਾਮ ਨੂੰ ਸੁਣ ਕਰਕੇ ਨਾ ਉਹ ਤਨ ਦੇਹ ਅਭਿਮਾਨ ਦੇ ਜਿਹੜੇ ਭੇਦ ਨਾ ਬਿੰਨਣ ਦਾ ਹੁੰਦਾ, ਇਹਨੂੰ ਬਿੰਨ ਕੇ ਜੋਗ ਜੁੜ ਕੇ ਪਰਮੇਸ਼ਰ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਤੇ ਉਹਦੇ ਨਾਲ ਇਹ ਸੁਣ ਕੇ ਹੀ ਪ੍ਰਾਪਤ ਹੁੰਦਾ ਸਭ ਕੁਝ। ਤੇ ਵਾਹਿਗੁਰੂ ਦਾ ਨਾਮ ਸੁਣਿਆ ਸੁਣ ਕਰਕੇ ਹੀ ਜੋਗ ਦੋਨਾਂ ਦਾ, ਜੀਵ ਤੇ ਈਸ਼ਵਰ ਦਾ, ਇਹਨਾਂ ਦੇ ਜੁਗਤ ਜੁੜਨ ਦਾ ਭੇਦ ਸਮਝ ਆ ਜਾਂਦਾ ਹੈ ਵੀ ਸਤਚਿਤ ਆਨੰਦ ਦੋਨਾਂ ਦੇ ਵਿੱਚ ਉਹੀ ਵਾਹਿਗੁਰੂ ਦੀ ਜੋਤ ਹੈ। ਤੋ ਇਸ ਕਰਕੇ ਇਹ ਸਾਰੇ ਭੇਦ ਨਾਮ ਸੁਣ ਕਰਕੇ, ਵਾਹਿਗੁਰੂ ਦੇ ਨਾਮ ਨੂੰ ਸੁਣ ਕਰਕੇ ਪੰਜ ਤੱਤਾਂ ਦਾ ਜੋਗੀ ਧਿਆਨ ਧਰਦੇ ਨੇ। ਯੋਗ ਸਾਧਨਾ ਦੇ ਵਿੱਚ ਸਾਧਨਾ ਕਰਕੇ ਸ਼ਕਤੀਆਂ ਪ੍ਰਾਪਤ ਕਰਨ ਦੇ ਲਈ ਗੋਡਿਆਂ ਤੱਕ ਧਰਤੀ ਦਾ ਧਿਆਨ ਧਰ ਲੈਣਾ, ਲੱਕ ਤੱਕ ਜਲ ਦਾ, ਨਾਭੀ ਤੱਕ ਅੱਗ ਦਾ, ਕੰਠ ਤੱਕ ਹਵਾ ਦਾ, ਦਸਮ ਦੁਆਰ ਤੱਕ ਆਕਾਸ਼ ਦਾ ਧਿਆਨ ਧਰਦੇ ਹੈ। ਸਿੱਧੀਆਂ ਕੀ ਪ੍ਰਾਪਤ ਹੁੰਦੀਆਂ ਨੇ? ਧਰਤੀ ਵਿੱਚ ਦਬਿਆ ਨਹੀਂ ਰਹਿੰਦਾ, ਜੇ ਕੋਈ ਧੱਕੇ ਧਰਤੀ ਦਬ ਦੇਵੇ। ਪਾਣੀ ਵਿੱਚ ਡੁੱਬਦਾ ਨਹੀਂ, ਅੱਗ ਵਿੱਚ ਸੜਦਾ ਨਹੀਂ। ਤੇ ਪੌਣ ਦਾ ਧਿਆਨ ਧਾਰ ਕੇ ਜਿੱਥੋਂ ਦੀ ਗੱਲ ਸੁਣਨਾ ਚਾਹੇ ਸੁਣ ਲੈਂਦਾ ਹੈ। ਆਕਾਸ਼ ਦਾ ਧਿਆਨ ਧਰ ਕੇ ਆਕਾਸ਼ਚਾਰੀ ਜਿਹੜੇ ਜੀਵ ਨੇ, ਆਕਾਸ਼ ਵਿੱਚ ਵਿਚਰਨ ਵਾਲੇ ਸੂਖਮ, ਉਹਨਾਂ ਦੇ ਬਰਾਬਰ ਵਿਚਰਨ ਦੀ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਤੇ ਇਸ ਕਰਕੇ ਨਾ ਉਹਦੇ ਦੁਆਰਾ ਤਨ ਦੇ ਭੇਦ, ਸਰੀਰ ਦੇ ਸਾਰੇ ਭੇਦ ਜਿਹੜੇ ਇਹਦੇ 'ਚ 6 ਚੱਕਰ ਨੇ, ਉਹਨਾਂ ਦੇ ਜੁਗਤ ਜਾਣਨ ਦੀ ਜੋਤੀ ਆ ਜਾਂਦੀ ਹੈ। ਉਹਦੇ ਵਿੱਚ ਜੋ 6 ਚੱਕਰਾਂ ਦਾ ਜ਼ਿਕਰ, ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ, ਗੁਰਬਾਣੀ ਦੀ ਤੋਂ ਕਰਨਾ। ਇਹਨਾਂ ਚੀਜ਼ਾਂ ਦੀ ਤਾਂ ਲੋੜ ਪੈਂਦੀ ਹੈ ਜਿਹੜੀਆਂ ਸਾਨੂੰ ਵਾਧੂ ਦਿਖਦੀਆਂ ਨੇ। ਇਹਦੀ ਕੀ ਲੋੜ ਹੈ ਜੀ, ਕਥਾ ਦੇ ਵਿੱਚ ਬੜੀ ਗੂੜ ਗੱਲ ਹੈ। ਹੁਣ ਜਿਹੜੀਆਂ ਗੁਰਬਾਣੀ ਦੀਆਂ ਇਹ ਤੁਕਾਂ ਨੇ, ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨਰਾਗੀ, ਫਿਰ ਉਹਦਾ ਅਰਥ ਕੀ ਕਰੋਗੇ? ਸਮਝ ਨਹੀਂ ਆਉਣਾ। ਉਹਨੂੰ ਸਮਝਣ ਵਾਸਤੇ ਫਿਰ ਸਹਿਜੇ ਸਹਿਜੇ ਕਿਤੇ ਕੋਈ ਤੁਕ ਸਮਝ ਲਈ, ਕਿਤੇ ਕੋਈ। ਤਨ ਦੇ ਵਿੱਚ ਜਿਹੜੇ 6 ਚੱਕਰ ਨੇ, ਮੂਲਾਧਾਰ ਚੱਕਰ ਹੈ, ਇਹ ਗੁਦਾਵਸਥਾਨ ਦੇ ਵਿੱਚ ਹੈ। 4 ਪੱਤਰੇ ਤੇ ਪੀਲਾ ਰੰਗ ਹੈ, ਗਣੇਸ਼ ਦਾ ਵਸ ਹੈ ਇਹਦੇ ਵਿੱਚ। ਸਵੈਸਥਾਨ ਚੱਕਰ ਇਹ ਲਿੰਗ ਦੇ ਵਿੱਚ ਹੈ, 6 ਪੱਤਰੇ ਨੇ, ਲਾਲ ਰੰਗ ਹੈ ਤੇ ਬਰਮਾ ਦਾ ਵਸ ਹੈ ਇਹਦੇ ਵਿੱਚ। ਮਣੀਪੂਰਕ ਚੱਕਰ ਨਾਭੀ ਵਿੱਚ ਹੈ, 10 ਪੱਤਰੇ ਨੀਲਾ ਰੰਗ ਹੈ, ਵਿਸ਼ਨੂੰ ਦਾ ਇਹਦੇ ਵਿੱਚ ਵਸ ਮੰਨਿਆ। ਅਨਾਹਤ ਚੱਕਰ ਹਿਰਦੇ ਵਿੱਚ ਹੈ, 12 ਪੱਤਰੇ ਨੇ, ਸੋਨੇ ਰੰਗ ਵਾਲਾ ਸ਼ਿਵ ਜੀ ਦਾ ਵਸ ਹੈ ਇਹਦੇ ਵਿੱਚ। ਵਿਸੁੱਧ ਚੱਕਰ ਕੰਠ ਵਿੱਚ ਹੈ, 16 ਪੱਤਰੇ ਲਾਲ ਰੰਗ ਜੀਵ ਦਾ ਇਹਦੇ ਵਿੱਚ ਵਸ ਹੈ। ਆਗਿਆ ਚੱਕਰ ਭਰਵੱਟਿਆਂ ਵਿੱਚ ਹੈ, 2 ਪੱਤਰੇ ਚਿੱਟਾ ਇਹਦਾ ਰੰਗ ਹੈ, ਬ੍ਰਿਹਸਪਤ ਦਾ ਇਹਦੇ ਵਿੱਚ ਵਸ ਹੈ। ਇਹ ਦੇਵਤਿਆਂ ਦੇ ਸੂਖਮ ਰੂਪ ਦੇ ਵਿੱਚ ਜਿਹੜਾ ਕਿ ਹੈ ਇਸ ਤਨ ਦੇ ਵਿੱਚ ਹੀ ਤਿੰਨੇ ਲੋਕ ਕਿਹਾ, 14 ਭਵਨ ਇਸ ਸਰੀਰ ਦੇ ਵਿੱਚ ਹੈ। ਤੋ ਇਸੇ ਕਰਕੇ ਨੇ ਇਹਦੇ ਸੂਖਮ ਰੂਪ ਦੇ ਵਿੱਚ ਸਾਰਾ ਕੁਝ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਉਹ ਸਭ ਕੁਝ ਅੰਦਰ ਹੈਗਾ ਸਾਡੇ, ਜੋ ਕੁਝ ਬਾਹਰ ਹੈ ਸੂਖਮ ਰੂਪ ਕਰਕੇ। ਇਹਨੂੰ ਦੂਸਰੇ ਤਰ੍ਹਾਂ ਸਮਝੀਏ ਵੀ ਮੂਲਾਧਾਰ ਜਿਹੜਾ ਚੱਕਰ ਗੁਦਾ ਮੰਡਲ ਦਾ ਚੱਕਰ ਹੈ, ਇਹਦੇ ਵਿੱਚ ਮੁੱਦੇ ਮੂੰਹ ਵਾਲਾ 4 ਪੰਖੜੀਆਂ ਵਾਲਾ ਪੀਲਾ ਕਮਲ ਹੈ। ਸੋ ਇਹ ਸਥਾਨ ਚੱਕਰ ਲਿੰਗ ਦੇ ਮੂਲ ਵਿੱਚ ਹੈ, ਲਾਲ ਰੰਗ ਹੈ ਤੇ ਊਰਧ ਮੁਖ 6 ਪੱਤੀਆਂ ਦਾ ਇਹਦਾ ਕਮਲ ਹੈ। ਮਣੀਪੂਰਕ ਚੱਕਰ ਹੈ ਜਿਹੜਾ ਨਾਭੀ
ਦੇ ਮੂਲ ਵਿੱਚ ਹੈ, ਨੀਲੇ ਰੰਗ ਦਾ ਹੈ, ਊਰਧਮੁਖ 10 ਪੱਤੀਆਂ ਵਾਲਾ ਕਮਲ ਹੈ। ਅਨਾਹਤ ਚੱਕਰ 12 ਦਲਾਂ ਦਾ ਤੇ ਸਵਰਨ ਰੰਗ ਹੈ, ਸੋਨੇ ਵਰਗਾ ਰੰਗ ਹੈ। ਕਮਲ ਹਿਰਦੇ ਦੇ ਵਿੱਚ ਹੈ, ਹਿਰਦੇ ਕਮਲ ਮੈਂ ਹਰ ਕਾ ਵਾਸ। ਵਿਸੁੱਧ ਚੱਕਰ ਲਾਲ ਰੰਗ ਦਾ ਤੇ ਇਹ ਊਰਧਮੁਖ 16 ਪੱਤਰਾਂ ਦਾ ਕਮਲ ਦਲ ਬਣਿਆ, ਕੰਠ ਦੇ ਵਿੱਚ ਹੈ। ਇਹ ਆਗਿਆ ਚੱਕਰ ਭਰਵਟਿਆਂ ਦੇ ਮੱਧ 2 ਪੰਖੜੀਆਂ ਦਾ ਊਰਧਮੁਖ ਚਿੱਟਾ ਕਮਲ ਬਣਿਆ। ਤੋ ਇਸ ਕਰਕੇ ਤਾਂ ਹੀ ਕਿਹਾ ਉਲਟਤ ਪਵਨ ਚੱਕਰ ਖਟ ਭੇਦੇ ਸੁਰਤ ਸੁਨ ਅਨੁਰਾਗੀ। ਇਹਨਾਂ 6 ਚੱਕਰਾਂ ਦਾ ਜੋਗੀ ਸਾਧਨ ਕਰਦੇ ਤੇ 7ਵਾਂ ਚੱਕਰ ਜਿਹੜਾ 10ਵੇਂ ਦੁਆਰ ਵਿੱਚ ਮੰਨਦੇ ਉਹਨੂੰ ਸੰਸਰ ਦਲ ਕਮਲ ਕਹਿੰਦੇ ਆ, ਜਿਹਦਾ ਬਹੁਤ ਸਾਰੇ ਮਤ ਅੱਜ ਕੱਲ ਪ੍ਰਚਾਰ ਵੀ ਕਰਦੇ ਆ, ਪਰ ਗੁਰਬਾਣੀ ਦੇ ਭੇਦ ਕੁਝ ਹੋਰ। ਤੋ 1000 ਪੱਤਰੇ ਦਾ ਮੰਨਿਆ 10ਵੇਂ ਦੁਆਰ ਦੇ ਵਿੱਚ ਹੈ। ਇਹਦਾ ਰੰਗ ਸਫੈਦ ਹੈ, ਜਿਸ ਨੂੰ ਜੋਤ ਸਰੂਪ ਦਾ ਸਿੰਘਾਸਨ ਕਹਿੰਦੇ ਨੇ। ਵੀ ਜੋਤ ਸਰੂਪ ਜਿਹੜਾ ਉਹਦਾ ਸਿੰਘਾਸਨ ਹੈ ਜੀ 10ਵੇਂ ਦੁਆਰ ਦੇ ਵਿੱਚ। ਹੁਣ ਕਹਿਣ ਤੋਂ ਭਾਵ ਇਹ ਸਾਰਾ ਕੁਝ ਜਿਹੜਾ ਆਪ ਜੀ ਨੇ ਸੁਣਿਆ ਗੁਰੂ ਸਾਹਿਬ ਸਿੱਧਾਂ ਨੂੰ ਸੁਣਾ ਰਹੇ, ਕਹਿੰਦੇ ਇਹ ਨਾਮ ਦੇ ਸਰਵਣ ਦਾ ਹੀ ਮਹਾਤਮਾ ਹੈ ਸਾਰਾ। ਸਰੀਰ ਦੇ ਭੇਦਾਂ ਦਾ ਪਤਾ ਲੱਗਣਾ, ਜਿਹੜਾ ਕੁਝ ਅੱਜ ਸਾਇੰਸਦਾਨ ਖੋਜ ਰਹੇ ਨੇ, ਇਹ ਅੱਜ ਤੋਂ ਯੁੱਗਾਂ ਸਤਯੁਗ ਤ੍ਰੇਤਾ ਪਤਾ ਨਹੀਂ ਕਦੋਂ ਦੇ ਰਿਸ਼ੀ ਮੁਨੀ ਉਹ ਤਪੱਸਿਆ ਕਰਕੇ ਧਿਆਨ ਸਾਧਾਂ ਦੁਆਰਾ ਹੀ ਸਮਝ ਲਿਆ ਸਭ ਕੁਝ। ਵੀ ਸਰੀਰ 'ਚ ਇੰਨੀਆਂ ਨਾੜੀਆਂ ਨੂੰ, ਸਰੀਰ ਦੇ ਵਿੱਚ ਆਹ ਕਮਲ ਹੈ, ਇੱਥੇ ਇਹਦੇ 'ਚ 6 ਚੱਕਰ ਨੇ, ਇਹ ਸਾਰਾ ਕੁਝ ਰਿਸ਼ੀਆਂ ਨੇ ਧਿਆਨ ਸਾਧਨਾਂ ਦੁਆਰਾ ਨਾਮ ਦੇ ਸਰਵਣ ਮਹਾਤਮਾ ਦੁਆਰਾ ਹੀ ਸਮਝਿਆ। ਇਸ ਕਰਕੇ ਨਾਮ ਦਾ ਮਹਾਤਮ ਵੱਡਾ ਹੈ। ਨਾਮ ਦਾ ਮਹਾਤਮ ਸੁਣਨ ਵਾਲਿਆਂ ਨੂੰ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਸੁਣਿਆ ਸਾਸਤ ਸਿਮਰਤ ਵੇਦ। ਵਾਹਿਗੁਰੂ ਦਾ ਨਾਮ ਸੁਣਿਆ ਸੁਣਨ ਨਾਲ ਹੀ ਸ਼ਾਸਤਰ ਇਹਨਾਂ ਦੀ ਗਿਣਤੀ 6 ਹੈ, ਸਿਮਰਤ ਇਹਨਾਂ ਦੀ ਗਿਣਤੀ 27 ਹੈ, ਵੇਦ ਇਹਨਾਂ ਦੀ ਗਿਣਤੀ 4 ਹੈ। ਤੇ ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੈ ਘਟ ਘਟ ਭੇਦ। ਵਾਹਿਗੁਰੂ ਦੇ ਨਾਮ ਨੂੰ ਸੁਣਿਆ ਸੁਣਨ ਕਰਕੇ ਬ੍ਰਹਮ ਬੇਤਾ, ਜਿਹੜਾ ਬ੍ਰਹਮ ਬੇਤਾ ਮਹਾਪੁਰਸ਼ ਹੈ ਨਾ, ਅੱਗੇ ਆ ਗਿਆ 7 ਸ਼ਬਦ। ਸਾਜਮਾ ਸਤ, ਸਾਦ ਅਰਥ ਹੁੰਦਾ ਉਹ ਜੋ ਸਤ ਸਰੂਪ ਪਰਮੇਸ਼ਰ ਹੈ। ਉਸ ਨੂੰ ਸਿਮਰਤ ਤੋਂ ਭਾਵ ਸਿਮਰ ਕੇ, ਜਪ ਕੇ, ਸਿਮਰਤੀ ਵਿੱਚ ਲਿਆ ਕੇ ਵੇਦ ਜਾਣ ਲੈਂਦਾ ਹੈ। ਇਹ ਵੀ ਅਰਥ ਹੈ ਇਹਦਾ। ਪ੍ਰਭੂ ਦੇ ਨਾਮ ਨੂੰ ਸੁਣਿਆ ਸੁਣ ਕਰਕੇ ਹੀ ਮਨੁੱਖ ਨੂੰ ਸ਼ਾਸਤਰਾਂ, ਸਿਮਰਤੀਆਂ ਤੇ 4 ਵੇਦਾਂ ਦਾ ਵਕਤਾ ਹੋ ਜਾਂਦਾ ਹੈ। ਇਹਨਾਂ ਸਾਰੇ ਧਾਰਮਿਕ ਗ੍ਰੰਥਾਂ ਨੂੰ ਅਨੁਭਵ ਦਾ ਗਿਆਨ ਹੋ ਜਾਂਦਾ ਉਸ ਨੂੰ, ਪੜ੍ਹਨ ਤੋਂ ਬਿਨਾਂ। ਬਹੁਤ ਰਿਸ਼ੀਆਂ ਨੂੰ ਹੋਇਆ ਜੋ 4 ਵੇਦ, 6 ਸ਼ਾਸਤਰ, 27 ਸਿਮਰਤੀਆਂ ਆਦਿ ਗ੍ਰੰਥ ਕਥਨ ਜਿਹੜੇ ਕਰਦੇ ਹੈ, ਉਹਨਾਂ ਸਾਰੇ ਗ੍ਰੰਥਾਂ ਦਾ ਗਿਆਨ ਕੇਵਲ ਨਾਮ ਸਰਵਣ ਕਰਕੇ ਪ੍ਰਾਪਤ ਹੋ ਜਾਂਦਾ ਹੈ। ਨਾਮ ਸਰਵਣ ਸਰਬ ਮੈਂ ਭਗਤ ਰਹੇ ਵਿਤਾਰ। ਜੋ ਨਾਮ ਨੂੰ ਸੁਣਦਾ ਹੈ, ਸੁਣਨਾ ਕਰਦੇ ਹੈ ਨਾ, ਉਹ ਤਤ ਵੇਤਿਆਂ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ। ਜੋ ਸ਼ਾਸਤਰ, ਸਿਮਰਤੀਆਂ, ਵੇਦ, ਇਹ ਸਾਰੇ ਉਹਨਾਂ ਨੂੰ ਸੁਨਹਿਰੀ ਅੱਖਰਾਂ ਦੀ ਤਰ੍ਹਾਂ ਦਿਖਣ ਲੱਗ ਜਾਂਦੇ ਹੈ। ਜਿਵੇਂ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਅਜੇ ਹਾਲਾਂਕਿ ਵਿਦਿਆ ਕਾਲ ਦੇ ਵਿੱਚ ਸੀ ਉਹ, ਤੇ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ ਸੀ, ਤੇ ਨਾਮ ਅਭਿਆਸ ਪਿਛਲੇ ਜਨਮਾਂ ਜਨਮਾਤਰਾਂ ਦੀ ਕਮਾਈ ਸੀ ਮਹਾਂਪੁਰਖਾਂ ਦੀ। ਉਹਨਾਂ ਨੂੰ ਸੁਨਹਿਰੀ ਅੱਖਰ ਧਿਆਨ ਦੇ ਵਿੱਚ ਉਤਰਨ ਲੱਗੇ ਤੇ ਉਹ ਬੜੇ ਤੰਗ ਹੋਏ। ਅਭਿਆਸ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਇਹ ਕੋਈ ਵਾਧਾ ਆ ਪਈ ਹੈ, ਸਮਝ ਨਹੀਂ ਆਈ। ਉਹਨਾਂ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਵੀ ਮੈਂ ਜਦੋਂ ਧਿਆਨ ਵਿੱਚ ਬੈਠਦਾ ਸੁਨਹਿਰੀ ਰੱਖਦੇ ਅੱਖਰ ਉਤਰਨ ਲੱਗ ਗਏ, ਮੇਰੇ ਤਾਂ ਧਿਆਨ ਦੇ ਵਿੱਚ ਰੁਕਾਵਟ ਪੈਂਦੀ ਹੈ ਵੀ ਇਹ ਕੀ ਹੋਣ ਲੱਗ ਗਿਆ, ਕੀ ਮੇਰਾ ਕੋਈ ਕਰਮ ਐਸਾ ਬੁਰੇ ਆ ਗਿਆ ਜਿਹੜੇ ਕਰਕੇ ਰੁਕਾਵਟ ਐਸੀ ਬਣ ਗਈ, ਮੈਂ ਬੜਾ ਤੰਗ ਹੋ ਕੇ ਤੁਹਾਨੂੰ ਬੇਨਤੀ ਕਰਦਾ। ਸੰਤ ਗਿਆਨੀ ਸੁੰਦਰ ਸਿੰਘ ਜੀ ਕਹਿਣ ਲੱਗੇ, ਗਿਆਨੀ ਸਿੰਘ ਕਹਿੰਦੇ ਹੁੰਦੇ ਸੀ, ਸਾਰਿਆਂ ਚੋਂ ਸਤਿਕਾਰ ਕਰਦੇ ਸੀ ਮਹਾਂਪੁਰਖਾਂ, ਕਹਿੰਦੇ ਗਿਆਨੀ ਸਿੰਘ ਵੀ ਜਿਹੜੇ ਉਹ ਅੱਖਰ ਉਤਰਦੇ ਹੈ ਵੀ ਤੂੰ ਲਿਖ ਸਕਦਾ? ਉਹ ਕਹਿੰਦੇ ਜੀ ਉਹ ਤਾਂ ਸਾਹਮਣੇ ਸ਼ੀਸ਼ੇ ਵਾਂਗ ਤੋਂ ਦਿਖਦੇ ਆ, ਮੈਨੂੰ ਲਿਖਣ 'ਚ ਕੋਈ ਦਿੱਕਤ ਨਹੀਂ। ਕਹਿੰਦੇ ਫਿਰ ਕੱਲ ਨੂੰ ਅੱਖਰ ਲਿਖ ਕੇ ਮੇਰੇ ਕੋਲ ਲਿਆਈ, ਫਿਰ ਮੈਂ ਤੈਨੂੰ ਦੱਸੂਗਾ ਵੀ ਕੀ ਹੈ।
ਕਹਿੰਦੇ ਜੀ ਸਤਵਚਨ। ਤੇ ਮਹਾਂਪੁਰਖਾਂ ਦੇ ਸਾਹਮਣੇ ਜਦੋਂ ਧਿਆਨ ਦੇ ਵਿੱਚ ਉਹ ਫੇਰ ਜਿਵੇਂ ਆ ਸੁਣਿਆ ਸਾਤ ਸਿਮਰਤ ਵੇਦ, ਉਹ ਜਦੋਂ ਧਿਆਨ ਦੇ ਵਿੱਚ ਸਾਰੇ ਅੱਖਰ ਆਏ, ਪਹਿਲਾਂ ਹੀ ਉਹਨਾਂ ਨੇ ਤਿਆਰ ਰੱਖਿਆ ਹੋਇਆ ਸੀ ਕਾਗਜ਼ ਤੇ ਲਿਖਣ ਵਾਲਾ, ਤੇ ਉਹ ਸੰਸਕ੍ਰਿਤ ਦੇ ਵਿੱਚ ਸੀ। ਸੰਤਾਂ ਨੇ ਉਹ ਉਸੇ ਤਰ੍ਹਾਂ ਸੰਸਕ੍ਰਿਤ ਦੇ ਅੱਖਰ ਜਿਹੜੇ ਪੰਜਾਬੀ ਤੇ ਲਿਖ ਲਏ। ਅਜੇ ਇੱਕ ਸ਼ਲੋਕ ਲਿਖਿਆ ਸੀ, ਆਕਾਸ਼ਬਾਣੀ ਹੋਈ ਗੁਰਮੁਖਾ, ਇਹ ਪ੍ਰਗਟ ਕਰਨ ਵਾਸਤੇ ਨਹੀਂ ਹੁੰਦੇ, ਉੱਥੇ ਰੁਕ ਗਈ ਕਲਮ। ਅੱਖਾਂ ਭਰੀਆਂ, ਬੈਰਾਗ ਵਿੱਚ ਆਏ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਜੀ ਇਹਦੇ ਨਾਲ ਇੱਕ ਚਮਤਕਾਰ ਇਹ ਵਰਤਿਆ ਕਿ ਮੈਨੂੰ ਹੁਕਮ ਹੋ ਗਿਆ ਵੀ ਇਹ ਲਿਖਣੇ ਨਹੀਂ ਸੀ, ਮੈਂ ਇੱਕ ਸ਼ਲੋਕ ਲਿਖਿਆ, ਬਾਕੀ ਤਾਂ ਲਿਖਣ ਤੇ ਪਾਬੰਦੀ ਲਾਤੀ ਵੀ ਤੇ ਲਿਖਣਾ ਗੁਰਮੁਖਾ ਲਿਖਣ ਵਾਸਤੇ ਨਹੀਂ ਹੁੰਦੇ। ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਜਦੋਂ ਪੜ੍ਹਿਆ, ਪੜ੍ਹ ਕੇ ਕਹਿੰਦੇ ਗਿਆਨੀ ਸਿੰਘ ਵੀ ਹੁਣ ਤੇਰੇ ਗਿਆਨ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਕਹਿੰਦੇ ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਇਹਨਾਂ ਵਾਂਗੂ ਨਹੀਂ ਪੜ੍ਹ ਰਿਹਾ ਜਿਵੇਂ ਬਾਕੀ ਦੇ ਪੜ੍ਹ ਰਹੇ ਨੇ ਮੇਰੇ ਕੋਲ, ਤੇਰੇ ਤੇ ਤਾਂ ਭਾਈ ਗੁਰੂ ਨਾਨਕ ਦੀ, ਗੁਰੂ ਗੋਬਿੰਦ ਸਿੰਘ ਦੀ ਬਹੁਤੀ ਕਿਰਪਾ ਹੋ ਗਈ। ਇਹ ਗ੍ਰੰਥ ਤਾਂ ਉਹ ਹੈ ਜਿਹੜਾ ਮੈਂ ਅਜੇ ਤੈਨੂੰ ਪੜ੍ਹਾਇਆ ਵੀ ਨਹੀਂ ਹੈ। ਕਹਿੰਦੇ ਜੀ ਕੀ ਹੈ? ਕਹਿੰਦੇ ਗੀਤਾ ਦਾ ਸ਼ਲੋਕ ਹੈ ਇਹ, ਫਲਾਣੇ ਅਧਿਆਇ ਦਾ ਫਲਾਣਾ ਹੈ। ਇਹ ਤੈਨੂੰ ਹੁਣ ਵੇਦਾਂ ਸਿਮਰਤੀਆਂ ਸੁਰਤੀਆਂ ਦਾ ਗਿਆਨ ਧਿਆਨ ਵਿੱਚ ਉਤਰਨ ਲੱਗ ਗਿਆ। ਤੂੰ ਤਾਂ ਹੁਣ ਪੜ੍ਹ ਚਾਹੇ ਨਾ ਪੜ੍ਹ, ਤੂੰ ਤਾਂ ਸਾਰੀਆਂ ਸੁਰਤੀਆਂ, ਜਪਜੀ ਸਾਹਿਬ ਦੀ ਤਾਂ ਰੋਜ਼ ਸਾਰੀ ਸਿੱਖ ਪੜ੍ਹਦੇ ਆ। ਸੁਣਿਆ ਸਾਤ ਸਿਮਰਤ ਵੇਦ, ਇਹ ਤਾਂ ਪ੍ਰਤੱਖ ਵੀ ਹੋਇਆ ਹੈ। ਤੋ ਇਸ ਕਰਕੇ ਐਸਾ ਜਿਹੜਾ ਨਾ ਉਹਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਉਤਰਨਾ ਤੇ ਬੜੇ ਫਿਰ ਤਰੀਕੇ ਦੇ ਨਾਲ, ਕਿਉਂਕਿ ਮਹਾਂਪੁਰਖ ਤਾਂ ਪ੍ਰਗਟ ਨਹੀਂ ਸੀ ਕਰਦੇ ਇਹੋ ਜਿਹੀਆਂ ਗੱਲਾਂ, ਉਹ ਫਿਰ ਕਥਾ ਦੇ ਵਿੱਚ ਬਲ ਪਾ ਕੇ ਥੋੜਾ ਜਿਹਾ ਪਰਦਾ ਕਰਕੇ ਕਹਿੰਦੇ ਨੇ ਵੀ ਸਾਡੇ ਜਥੇ 'ਚ ਇੱਕ ਸਿੰਘ ਹੁੰਦਾ ਸੀ ਸਾਧ ਸੰਗਤ ਜੀ, ਬੜੇ ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਵੇਲੇ ਜਦੋਂ ਮੈਂ ਪੜ੍ਹਦਾ ਸੀ, ਕਹਿੰਦੇ ਉਹਨੂੰ ਐ ਅੱਖਰ ਉਤਰਨ ਲੱਗੇ ਸੀ। ਉਹ ਫਿਰ ਵਿੱਚੋਂ ਜਥੇ ਦੇ ਭੇਦ ਹੋਇਆ ਵੀ ਇਹਨਾਂ ਦੀ ਆਪਣੀ ਗੱਲ ਸੀ ਹਉਮੈ ਤੋਂ ਬਚਣ ਵਾਸਤੇ। ਇਹ ਪਰਦਾ ਕਰਕੇ ਵੀ ਮੈਨੂੰ ਐ ਹੋਇਆ, ਐਸਾ ਕਹਿੰਦੇ ਨਹੀਂ ਸੀ, ਉਹ ਨਾ ਕਹਿਣਾ ਚਾਹੀਦਾ। ਸੋ ਇਸ ਕਰਕੇ ਇਹ ਜਿੰਨੇ ਵੀ 6 ਸ਼ਾਸਤਰ 27 ਸਿਮਰਤੀਆਂ 4 ਵੇਦ ਸਾਰੇ ਧਾਰਮਿਕ ਗ੍ਰੰਥ ਸੁਣਿਆ, ਨਾਮ ਸਰਵਣ ਦੇ ਮਹਾਤਮ ਨੂੰ ਵੀ ਵੱਡਾ ਕਹਿ ਰਹੇ ਨੇ। ਇਹਨਾਂ ਦੇ ਰਚਣ ਵਾਲੇ ਕਰਤੇ ਜਿਹੜੇ ਨੇ ਉਹ ਵੀ ਸਾਰੇ ਨਾਮ ਦੀ ਮਹਿਮਾ ਨੂੰ ਵੱਡੀਆਂ ਕਹਿੰਦੇ ਨੇ। ਤੇ ਗੁਰਬਾਣੀ ਵਿੱਚ ਕੀ ਕਿਹਾ ਇਸੇ ਨੂੰ? ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਮ ਤੋਂ ਬਿਨਾ ਕੁਛ ਨਹੀਂ ਹੈ, ਹੋਛਾਪਨ। 10 8 4 ਵੇਦ ਸਭ ਪੁੱਛੋ, ਜਨ ਨਾਨਕ ਨਾਮ ਚੜਾਈ ਜਿਓ। ਨਾਮ ਤੋਂ ਬਿਨਾ ਨਹੀਂ। 10 8 4 ਵੇਦ ਸਭ ਪੁੱਛੋ, ਕਹਿੰਦੇ ਪੁੱਛ ਲੋ ਜਾ ਕੇ ਇਹਨੂੰ, ਜਨ ਨਾਨਕ ਨਾਮ ਛਡਾਈ ਜਿਓ। ਨਾਮ ਹੀ ਛਡਾਊਗਾ ਕਿ ਵੇਦ ਪ੍ਰਾਣ ਸਿਮਰਤ ਸੁਧ ਆਖਰ, ਕੀਨੈ ਰਾਮ ਨਾਮ ਏਕੇ ਆਖਰ। ਤੇ ਇਹਦੇ ਜਿਹੜੇ 6 ਸ਼ਾਸਤਰ ਤੇ 27 ਸਿਮਰਤੀਆਂ 4 ਵੇਦ ਮੰਨ ਕਿਹਾ ਨਾ, ਇਹਦੇ ਬਾਰੇ ਥੋੜਾ ਜਿਹਾ ਜਿਹੜੇ ਤਾਂ ਹੈਗੇ ਲੰਮੇ ਨਾਮ ਦੇਖੋ, ਜਿਵੇਂ 84 ਸਿੱਧਾਂ ਦਾ ਗੱਲ ਆਇਆ। ਹੁਣ 84 ਦੇ ਨਾਮ ਗਿਣੀਏ ਤਾਂ ਫਿਰ ਉਹ ਇੱਕ ਇਸ ਤਰ੍ਹਾਂ ਦੀ ਗੱਲ ਹੋ ਗਈ, ਜਿਨ੍ਹਾਂ ਦੇ ਕੰਮ ਆਉਣ ਵਾਲੀ ਹੈ ਉਹ ਸਟੀਕ ਚੋਂ ਪੜ੍ਹ ਲੈਣ। ਗੁਰਬਾਣੀ ਹੱਥ ਭੰਡਾਰ 'ਚ ਉੱਥੇ ਸਾਰੇ ਨਾਂ ਲਿਖੇ। ਜਿਵੇਂ 27 ਸਿਮਰਤੀਆਂ ਨੇ, ਲੰਮੀ ਲਿਸਟ ਹੈ ਇਹਨਾਂ ਦੀ, ਤੇ ਭਾਵੇਂ 31 ਰਾਗ ਜਿਹੜੇ ਉਹਨਾਂ ਦੀ ਵੀ ਲੰਮੀ ਲਿਸਟ ਹੈ, ਪਰ ਉਹ ਰੋਜ਼ ਦਾ ਵਾਸਤਾ ਹੈ ਤੁਹਾਡਾ। ਗੁਰਬਾਣੀ ਕਿਹੜੇ ਰਾਗ ਦੇ ਵਿੱਚ ਉਚਾਰਨ ਕੀਤੀ ਗਈ ਹੈ? 31 ਰਾਗ। ਇਹ 27 ਸਿਮਰਤੀਆਂ ਦਾ ਜਿਹੜੇ ਛੋਟੇ ਥੋੜੇ ਸਮੇਂ 'ਚ ਕਹਿਣ ਵਾਲੇ ਨੂੰ ਉਹ ਆਪਾਂ ਕਹਿ ਲੈਂਦੇ ਹਾਂ। ਬਾਕੀ ਜਿਹੜੇ ਵਿਦਿਆਰਥੀ ਨੇ, ਜਿਸ ਗੁਰਮੁਖ ਨੇ, ਕਥਾ ਸੁਣਨ ਵਾਲੇ ਨੇ, ਪੜ੍ਹਨੇ ਹੁਣ, ਉਹ ਗੁਰਬਾਣੀ ਦੀ ਉਹ ਸਟੀਕ ਦੇ ਵਿੱਚ, ਗੁਰਬਾਣੀ ਅਰਥ ਭੰਡਾਰ ਦੀ ਪੋਥੀ ਦੇ ਵਿੱਚ ਪਹਿਲੀ ਪੋਥੀ 'ਚ ਪੜ੍ਹ ਸਕਦੇ ਹੋ। 6 ਸ਼ਾਸਤਰ ਕਿਹੜੇ ਨੇ? ਸਾਂਖ, ਇਹ ਸ਼ਾਸਤਰ ਹੈ ਸਾਂਖ ਸ਼ਾਸਤਰ। ਕਿਹਦਾ ਬਣਾਇਆ? ਕਪਿਲ ਮੁਨੀ ਦਾ। ਦੂਜਾ ਨਿਆਇ ਸ਼ਾਸਤਰ, ਇਹ ਬਣਾਇਆ ਗੌਤਮ ਰਿਸ਼ੀ ਦਾ। ਤੀਸਰਾ ਵਿਸ਼ੇਸ਼ਟ ਸ਼ਾਸਤਰ, ਇਹ ਕਨਾਦ ਰਿਸ਼ੀ ਦਾ ਬਣਾਇਆ, ਇਹਨੂੰ ਕਨਭੁੱਕ ਵੀ ਕਹਿੰਦੇ ਆ, 2 ਨਾਂ ਨੇ ਇਹਦੇ। ਚੌਥਾ ਸ਼ਾਸਤਰ ਹੈ ਮੀਮਾਂਸਾ ਸ਼ਾਸਤਰ, ਇਹ ਜੈਮਨੀ ਦਾ ਬਣਾਇਆ ਹੋਇਆ ਹੈ, ਇਹ ਵੀ ਰਿਸ਼ੀ ਹੈ। ਪੰਜਵਾਂ ਸ਼ਾਸਤਰ ਹੈ ਯੋਗ ਸ਼ਾਸਤਰ, ਇਹ ਪਤੰਜਲੀ ਰਿਸ਼ੀ ਦਾ ਬਣਾਇਆ ਹੋਇਆ, ਉਹਦੇ ਨਾਂ ਦੀ ਮਸ਼ਹੂਰੀ ਅੱਜ ਤੱਕ ਪਤੰਜਲੀ ਯੋਗ ਕਹਿੰਦੇ ਨੇ। ਛੇਵਾਂ ਸ਼ਾਸਤਰ ਹੈ ਵਿਆਸ ਜੀ ਦਾ ਬਣਾਇਆ, ਵਿਦਾਂਤ ਸ਼ਾਸਤਰ ਹੈ। ਤੋ ਇਸ ਕਰਕੇ
ਸੁਣਿਆ ਸਾਤ ਸਿਮਰਤ ਵੇਦ। 27 ਸਿਮਰਤੀਆਂ, 6 ਸ਼ਾਸਤਰ ਤੇ 4 ਵੇਦ ਨੇ। ਸ਼ਾਮ ਵੇਦ ਹੈ, ਰਿਗ ਵੇਦ ਹੈ, ਯੁਜੁਰ ਵੇਦ ਹੈ, ਅਥਰਵਣ ਵੇਦ। ਤੇ ਇਹ ਜਿਹੜੇ ਚਾਰੇ ਵੇਦ ਨੇ, 27 ਸਿਮਰਤੀਆਂ, ਇਹ ਸਾਰੇ ਕੁਛ ਇਹ ਨਾਮ ਨੂੰ ਇਹ ਵੱਡਾ ਕਹਿ ਰਹੇ ਨੇ। ਔਰ ਇਹਨਾਂ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਨੇ ਭਾਈ ਸਿਮਰਨ ਕੀਤਾ। ਤੇ ਇਸ ਕਰਕੇ ਜਦੋਂ ਬ੍ਰਹਮ ਦਾ ਗਿਆਨ ਹੋ ਗਿਆ, ਸਰੂਪ ਦੀ ਲਖਤਾ ਹੋ ਗਈ, ਪਰਮੇਸ਼ਰ ਸਾਰੀ ਜਗ੍ਹਾ ਵਿਆਪਕ ਹੈ, ਉਹ ਫਿਰ ਗਿਆਨ ਇਸ ਤਰ੍ਹਾਂ ਹੋ ਜਾਂਦਾ। ਜੇ ਕੋਈ ਕਹੇ ਵੀ ਇਹ ਕਿਵੇਂ ਹੋ ਜਾਊਗਾ ਜੀ, ਪੜ੍ਹੇ ਬਿਨਾਂ ਗਿਆਨ ਕਿਵੇਂ ਹੋ ਜਾਂਦਾ? ਫਿਰ ਪੰਜੋਖਰਾ ਸਾਹਿਬ ਛੱਜੂ ਮੇਰੇ ਨੂੰ ਕਿਵੇਂ ਹੋ ਗਿਆ? ਉਹ ਤਾਂ ਗੂੰਗਾ ਸੀ, ਜ਼ਬਾਨ ਉਹਦੇ ਕੋਲ ਨਹੀਂ ਹੈ, ਕੰਨਾਂ ਤੋਂ ਉਹਨੂੰ ਸੁਣਦਾ ਨਹੀਂ, ਅੱਖਰ ਇੱਕ ਪੜ੍ਹਿਆ ਨਹੀਂ, ਤੇ ਗੀਤਾ ਦੇ ਅਰਥ ਕਿਵੇਂ ਕਰਾਤੇ ਪੰਜੋਖਰਾ ਸਾਹਿਬ? ਹੁੰਦਾ ਹੈ। ਇਹ ਨਾਮ ਦੀ ਮਹਿਮਾ ਹੈ ਜੀ। ਨਾਨਕ ਭਗਤਾ ਸਦਾ ਵਿਗਾਸ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਧੋ ਜਿਹੜੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਨੇ, ਭਗਤੀ ਕਰਨ ਵਾਲੇ ਨੂੰ ਭਗਤ ਕਹਿੰਦੇ ਆ ਜੀ। ਜਿਹਦੇ ਕੋਲ ਧਨ ਹੋਵੇ ਉਹਨੂੰ ਧਨੀ ਕਹਿ ਦੀਦਾ ਨਾ। ਭਗਤੀ ਵਾਲਾ ਭਗਤ, ਭੈ ਦੀ ਗਤੀ ਕਰਤੀ ਜਿਸਨੇ, ਉਹ ਭਗਤਾਂ ਨੂੰ ਸਦਾ ਦਾ ਅਰਥ ਹੈ ਹਮੇਸ਼ਾ। ਵਿਗਾਸ ਇਹ ਆਨੰਦ ਦਾ ਨਾਮ ਹੈ, ਖੇੜੇ ਦਾ ਨਾਮ ਹੈ, ਪ੍ਰਸੰਨਤਾ ਦਾ ਨਾਮ ਹੈ। ਵਿਗਾਸ ਦਾ ਦੂਸਰਾ ਅਰਥ ਸਮਝਣਾ, ਬੇਜਮਾ ਗਾਸ, ਬੇ ਵਿਸ਼ੇਸ਼ ਕਰਕੇ ਗਾਸ ਪ੍ਰਕਾਸ਼ ਉਹਨਾਂ ਨੂੰ ਬਣਿਆ ਰਹਿੰਦਾ। ਤੇ ਜੀਵਨ ਦੇ ਵਿੱਚ ਕਿੰਨੇ ਵੀ ਦੁੱਖ ਆ ਜਾਣ ਉਹਨਾਂ ਨੂੰ, ਪਰ ਰੱਬ ਦੇ ਪਿਆਰੇ ਭਗਤ ਹਮੇਸ਼ਾ ਆਨੰਦ ਦੇ ਖੇੜੇ ਦੇ ਵਿੱਚ ਹੀ ਰਹਿੰਦੇ। ਭਗਤ ਪ੍ਰਹਲਾਦ ਦੀ ਲੋ, ਹਰਨਾਕਸ਼ ਨੇ ਕਿੰਨੇ ਦੁੱਖ ਦਿੱਤੇ, ਅਡੋਲ ਅਵਸਥਾ 'ਚ ਰਿਹਾ, ਪਹਾੜਾਂ ਤੋਂ ਸਟਿਆ, ਸਮੁੰਦਰ 'ਚ ਡੋਬਣਾ ਚਾਹਿਆ, ਤੇ ਸੱਪਾਂ ਠੂਹਿਆਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਖਿਲਾਉਣਾ ਚਾਹਿਆ। ਅੱਗ ਦੇ ਵਿੱਚ ਉਹਦੀ ਭੈਣ ਲੈ ਕੇ ਸਕੀ ਪ੍ਰਹਲਾਦ ਦੀ ਭੂਆ ਬੈਠੀ, ਤੇ ਡੋਲਿਆ ਨਹੀਂ ਕਿਤੇ ਵੀ। ਤੋ ਇਸ ਕਰਕੇ ਫਿਰ ਤੱਤੇ ਥੰਮ ਚੋਂ ਪ੍ਰਗਟ ਹੋ ਕੇ ਆਪ ਹੀ ਉਹਨੇ ਰੱਖਿਆ ਕੀਤੀ। ਪਰ ਉਹਦਾ ਵਿਗਾਸ ਖੇੜਾ ਜਿਹੜਾ ਹੈ, ਪਿਤਾ ਜਿਹੜਾ ਹੈ, ਉਹ ਇਸ ਪ੍ਰਕਾਰ ਦੀ ਕੋਈ ਗੱਲ ਕਰਦਾ ਹੈ ਤਾਂ ਫਿਰ ਉਹ ਆਨੰਦ ਵਿੱਚ, ਉਸੇ ਆਨੰਦ ਸਰੂਪ ਦੇ ਵਿੱਚ ਹੀ ਜਿਹੜਾ ਜਵਾਬ ਦਿੰਦਾ ਹੈ। ਪਿਤਾ ਦਾ ਸਤਿਕਾਰ ਪੂਰਾ ਰੱਖਦਾ ਪ੍ਰਹਲਾਦ। ਤੇ ਜੇ ਉਹ ਕਹਿੰਦੇ ਕਿੱਥੇ ਆ ਤੇਰਾ ਰਾਮ, ਉਹ ਕਹਿੰਦੇ ਪਿਤਾ ਜੀ ਮੇਰਾ ਰਾਮ ਤਾਂ ਸਾਰੀ ਜਗ੍ਹਾ ਹੀ ਹੈ, ਪਰ ਇੱਕ ਗੱਲ ਹੈ ਵੀ ਮੈਂ ਤੁਹਾਨੂੰ ਦੱਸਦਾ ਵੀ ਮੇਰਾ ਰਾਮ ਉਹ ਹੈ ਜਿਹਨੇ ਤੁਹਾਨੂੰ ਰਾਜ ਦਿੱਤਾ ਹੋਇਆ। ਮੇਰਾ ਰਾਮ ਮੇਰੇ ਵਿੱਚ ਵੀ ਹੈ, ਮੇਰਾ ਨਾਮ ਤੁਹਾਡੇ ਵਿੱਚ ਵੀ ਹੈ, ਸਭਨਾਂ ਦੇ ਵਿੱਚ ਹੈ। ਇਹ ਮਲਤਾਨ ਦਾ ਜ਼ਿਕਰ ਹੈ, ਮਲਤਾਨ ਰਾਜਧਾਨੀ ਸੀ ਇਹਦੀ। ਕਹਿਣ ਲੱਗਾ ਫਿਰ ਜੇ ਸਾਰੀ ਜਗ੍ਹਾ ਹੀ ਹੈ, ਤੱਤਾ ਥੰਮ ਜਿਹੜਾ 8 ਧਾਤਾਂ ਦਾ ਬਣਾ ਕੇ ਕਹਿੰਦਾ ਵੀ ਦੇਖ ਤਾਂ ਇਹ ਤਪਦੇ ਥੰਮ ਦੇ ਵਿੱਚ ਵੀ ਹੈ। ਕਹਿਣ ਲੱਗੇ ਹਾਂ ਪਿਤਾ ਜੀ ਇਹਦੇ ਵਿੱਚ ਵੀ ਹੈ। ਕਹਿੰਦੇ ਫਿਰ ਚੰਗਾ ਇਸ ਤੱਤੇ ਥੰਮ ਨੂੰ ਜੱਫੀ ਪਾ ਲੈ। ਥੰਮ ਪੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਥ, ਬੇਮੁਖ ਪਕੜ ਪਛਾਣਿਆ ਸੰਤ ਸਹਾਈ ਆਦਿ ਜਗਾ। ਸੋ ਇਸ ਕਰਕੇ ਫਿਰ ਕਬੀਰ ਸਾਹਿਬ ਦਾ ਲੋ, ਤੇ ਕਬੀਰ ਸਾਹਿਬ ਨੂੰ 2 ਵਾਰੀ ਬਹੁਤ ਵੱਡੇ ਤਸੀਹੇ ਦੇਣ ਵਾਸਤੇ ਕਿਹੜਾ ਯਤਨ ਹੈ ਜਿਹੜਾ ਨਹੀਂ ਕੀਤਾ ਗਿਆ। ਕਬੀਰ ਸਾਹਿਬ ਆਪ ਕਹਿੰਦੇ ਨੇ ਜ਼ਾਲਮਾਂ ਨੇ ਕਿੰਨਾ ਦੁੱਖ ਦਿੱਤਾ ਹੈ, ਬਿਨਾਂ ਕਿਸੇ ਕਸੂਰ ਤੋਂ ਦਿੱਤਾ ਹੈ। ਪੂਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ। ਹਾਥੀ ਲਿਆਂਦਾ ਤੜਾਉਣ ਵਾਸਤੇ ਵੀ ਇਸ ਨੂੰ ਮਰਵਾਉਣਾ ਹੈ। ਹਸਤ ਭਾਗ ਕੈ ਚੀਸਾਂ ਚੀਸਾਂ ਮਾਰੈ, ਆ ਮੂਰਤ ਕੈ ਹੋਂ ਬਲਿਹਾਰੈ। ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। ਰਾਓ ਤੇ ਕਾਜੀ ਕਹਿੰਦਾ ਓਏ ਹਥਵਾਨ, ਜੇ ਤੂੰ ਇਹਨੂੰ ਨਾ ਮਰਵਾਇਆ ਨਾ, ਤੂੰ ਕਹਿੰਦਾ ਦੇਖ ਲੈ ਵੀ ਤੈਨੂੰ ਮਰਵਾ ਦੂੰ ਫਿਰ ਮੈਂ। ਤੂੰ ਹਿੰਦੂਆਂ ਤੋਂ ਰਿਸ਼ਵਤ ਲਈ ਹੋਣੀ ਆ ਜਿਹੜਾ ਤੂੰ ਮਰਵਾਉਂਦਾ ਨਹੀਂ। ਉਹ ਕਹਿੰਦਾ ਨਹੀਂ ਕਾਜੀ ਸਾਹਿਬ, ਹਾਥੀ ਜਾਂਦਾ ਹੀ ਨਹੀਂ ਉਧਰ ਨੂੰ। ਇਹ ਤਾਂ ਇਤਿਹਾਸ ਨਹੀਂ, ਤਾਂ ਬਾਣੀ ਹੈ। ਉਹਨੇ ਕਿਹਾ ਸੀ ਹੇ ਮਹਾਵਤ ਤੁਝ ਡਾਰੋਂ ਕਾਟ, ਤੇਰੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਦੂੰ। ਕਹਿੰਦਾ ਜੇ ਤੂੰ ਨਾ ਕਬੀਰ ਨੂੰ ਮਰਵਾਇਆ ਹਾਥੀ ਤੋਂ। ਇਸੇ ਤੁਰਾਬੋ ਘਾਲੋ ਸਾਟ, ਇਹਦੇ ਪੈਰਾਂ ਹੇਤ ਮਧੋਲਦੇ ਤੇ ਹਾਥੀ ਸੁੰਡਣ ਚੱਕ ਚੱਕੇ ਪਟਕਾ ਕੇ ਮਾਰੇ, ਜਿਵੇਂ ਅੱਗੇ ਹੋਰਾਂ ਨੂੰ ਇਹ ਖੂਨੀ ਹਾਥੀ ਰੱਖੇ ਹੁੰਦੇ ਸੀ।
ਜਲਾਦ ਰੱਖੇ ਹੁੰਦੇ ਸੀ ਫਾਂਸੀ ਦੇਣ ਵਾਸਤੇ। ਖੂਨੀ ਹਾਥੀ ਜਿਹੜੇ ਸੀ ਉਹ ਪੈਂਦੇ ਸੀ ਵੀ ਬੰਦੇ ਨੂੰ, ਬੜਾ ਜਿਹਾ ਇਸ਼ਾਰਾ ਹੀ ਚਾਹੀਦਾ ਸੀ। ਤੇ ਹਾਥੀ ਜਦੋਂ ਕਬੀਰ ਵੱਲ ਨੂੰ ਜਾਂਦਾ, ਪਹਿਲਾਂ ਤਾਂ ਜਾਂਦਾ ਹੀ ਨਹੀਂ ਸੀ, ਫਿਰ ਹਾਥੀ ਤਾਂ ਕਬੀਰ ਸਾਹਿਬ ਨੂੰ ਮੱਥਾ ਟੇਕਣ ਲੱਗ ਗਿਆ। ਹਸਤ ਨਾ ਤੋਰੈ ਧਰੇ ਧਿਆਨ, ਬਾ ਕੇ ਹਿਰਦੇ ਬਸੈ ਭਗਵਾਨ। ਪਰਮੇਸ਼ਰ ਨੇ ਕਲਾ ਵਰਤਾਤੀ, ਸ਼ੇਰ ਦਾ ਰੂਪ ਬਣ ਕੇ ਦਿਖਾਤਾ। ਹਾਥੀ ਪ੍ਰੇਰਤਾ ਤੇ ਨਮਸਕਾਰਾਂ ਕਰਦਾ। ਤੇ ਕਈ ਵਾਰ ਮਾਰਨ ਵਾਲੇ ਦੇ ਸਾਹਮਣੇ ਇਹ ਸਮੱਸਿਆ ਆ ਜਾਂਦੀ ਆ ਵੀ ਬੰਦਾ ਮਰ ਕਿਉਂ ਨਹੀਂ ਰਿਹਾ ਮੇਰੇ ਕੋਲ। ਜਿਵੇਂ ਪ੍ਰਹਲਾਦ ਮਰ ਨਹੀਂ ਸੀ ਰਿਹਾ ਤੇ ਹਰਨਾਕਸ਼ ਦੇ ਸਾਹਮਣੇ ਸਮੱਸਿਆ ਸੀ। ਤੇ ਜਦੋਂ ਹਾਥੀ ਨੇ ਨਾ ਮਾਰਿਆ, ਕਹਿੰਦੇ ਵੀ ਐਂ ਕਰੋ, ਇਹਦੇ ਹੱਥ ਵੀ ਨੈੜ ਦੋ, ਬੰਨ੍ਹ ਦੋ ਚੰਗੀ ਤਰ੍ਹਾਂ, ਪੈਰ ਵੀ ਨੈੜ ਦੋ, ਗੰਗਾ 'ਚ ਮਾਰੋ ਭਗਾ ਕੇ। ਇਹ ਜਾਦੂਗਰ ਹੈ, ਇਹਨੇ ਹਾਥੀ ਨੂੰ ਕੁਝ ਕਰਤਾ ਹੋਣਾ ਹੈ। ਹੁਣ ਕਬੀਰ ਸਾਹਿਬ ਆਪ ਲਿਖਦੇ ਬਾਣੀ 'ਚ, ਇਹ ਕੋਈ ਇਤਿਹਾਸ ਦੇ ਵਿੱਚ ਲਿਖੀ ਹੋਈ ਗੱਲ ਨਹੀਂ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ। ਕਬੀਰ ਸਾਹਿਬ ਕਹਿੰਦੇ ਜੋ ਮੇਰੇ ਨਾਲ ਹੋਈ। ਗੰਗਾ ਗੁਸੈਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਜੰਜੀਰਾਂ ਟੁੱਟ ਗਈਆਂ, ਮਿਰਗਸ਼ਾਲਾ ਰੱਬ ਨੇ ਕਿਤੇ ਪਿੱਛੋਂ ਕਿਸ ਤਰ੍ਹਾਂ ਆਈ, ਕਿਸੇ ਰਿਸ਼ੀ ਦੀ ਰੂੜੀ ਆਉਂਦੀ ਸੀ, ਉਹਦੇ ਉੱਤੇ ਬਹਿ ਕੇ ਐਂ ਬੈਠੇ ਜਿਵੇਂ ਧਰਤੀ ਤੇ ਬੈਠੇ ਹੁੰਦੇ ਕਬੀਰ ਸਾਹਿਬ, ਜਿਵੇਂ ਕਿਸ਼ਤੀ 'ਚ ਬੈਠੇ ਜਾਂਦੇ ਹੁੰਦੇ। ਫਿਰ ਉਹਨਾਂ ਨੂੰ ਕਿਤੇ ਜਾ ਕੇ ਅਕਲ ਆਈ। ਤੋ ਇਹ ਨਾਮ ਦਾ ਮਹਾਤਮਾ ਹੈ, ਭਗਤਾਂ ਨੂੰ ਵਿਕਾਸ ਖੇੜਾ ਬਣਿਆ ਰਹਿੰਦਾ ਹੈ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਬੰਦ ਕੱਟੇ ਗਏ, ਬਾਬਾ ਦੀਪ ਸਿੰਘ ਸਾਹਿਬ, ਬੰਦਾ ਸਿੰਘ ਬਹਾਦਰ ਜੁੰਗਰਨ ਮਾਟ, ਪਰ ਵਿਕਾਸ ਖੇੜਾ ਬਣਿਆ ਰਿਹਾ। ਨਾਨਕ ਭਗਤਾਂ ਸਦਾ ਵਿਕਾਸ। ਤੇ ਅੱਗੇ ਦੱਸਦੇ ਹਨ ਵੀ ਇਹ ਸਭ ਨਾਮ ਦਾ ਪ੍ਰਤਾਪ ਹੈ ਜੀ। ਸੁਣਿਆ ਹੈ ਦੁਖ ਪਾਪ ਕਾ ਨਾਸ। ਇਹ ਸਿੱਧੋ ਪ੍ਰਭੂ ਦਾ ਨਾਮ ਸੁਣਿਆ, ਸੁਣ ਕਰਕੇ ਦੁੱਖ ਤਕਲੀਫ, ਪਾਪ ਗੁਨਾਹ ਦਾ ਨਾਮ ਹੈ, ਨਾਸ ਹੋ ਜਾਂਦੇ ਨੇ। ਦੁੱਖ ਦਾ ਵੀ ਨਾਸ ਹੁੰਦਾ ਹੈ, ਪਾਪ ਦਾ ਵੀ ਨਾਸ ਹੁੰਦਾ ਹੈ। ਕੱਲ ਵੀ ਸੁਣਿਆ ਸਿਆਪ ਜੀ ਨੇ ਵੀ ਪਾਪ ਤੋਂ ਬਿਨਾਂ ਦੁੱਖ ਦਾ ਜਨਮ ਹੀ ਨਹੀਂ ਹੁੰਦਾ। ਇਹ ਇੱਕ ਬੜੇ ਨੁਕਤੇ ਵਾਲੀ ਗੱਲ ਹੈ ਵੀ ਦੁੱਖ ਦਾ ਜਨਮ ਕਿਵੇਂ ਹੁੰਦਾ ਹੈ। ਲੋਕ ਸਮਝਦੇ ਨੇ ਵੀ ਇਹ ਦੁੱਖ ਦਾ ਜਨਮ ਜਿਹੜਾ ਹੈ ਜੀ ਇਸ ਤਰ੍ਹਾਂ ਹੋ ਗਿਆ, ਇਹ ਆਪਣੇ ਤਰੀਕਿਆਂ ਨਾਲ ਹੈ। ਨਾਸਤਿਕ ਲੋਕ ਆਪਣੇ ਤਰੀਕਿਆਂ ਨਾਲ ਸੋਚਦੇ ਨੇ, ਪਰ ਆਸਤਿਕ ਲੋਕ ਜਿਹੜੇ ਉਹ ਸ਼ਾਸਤਰਕ ਮਤ ਅਨੁਸਾਰ ਆਦੋਂ ਜਿਹੜੀ ਚੱਲ ਰਹੀ ਹੈ ਵੇਦ ਸ਼ਾਸਤਰਾਂ ਦੀ ਰੀਤ ਜਾਂ ਗੁਰਬਾਣੀ ਅਨੁਸਾਰ ਉਹ ਉਸ ਤਰੀਕੇ ਨਾਲ ਸੋਚਦੇ। ਦੁੱਖ ਦਾ ਜਨਮ ਕਿੱਥੇ ਹੁੰਦਾ ਹੈ? ਦੋ ਤਰ੍ਹਾਂ ਦੇ ਦੁੱਖ ਨੇ। ਇੱਕ ਦੁੱਖ ਹੈ ਤੇ ਜਿਹੜਾ ਉਸ ਰੋਗ ਨੂੰ ਕਹਿੰਦੇ ਨੇ ਕਿਰਿਆ ਰੋਗ। ਕਿਰਿਆ ਰੋਗ ਦਾ ਮਤਲਬ ਹੈ ਵੀ ਤੁਸੀਂ ਕੋਈ ਗਲਤ ਚੀਜ਼, ਹੁਣੇ ਤੁਸੀਂ ਗਲਤ ਚੀਜ਼ ਖਾਧੀ ਤੇ 15 ਮਿੰਟ ਬਾਅਦ ਪੇਟ 'ਚ ਦਰਦ ਹੋਣ ਲੱਗ ਗਿਆ। ਇਹ ਤੁਹਾਡੇ ਕਰਮ ਦਾ ਰੋਗ ਨਹੀਂ ਸੀ, ਇਹ ਕਿਰਿਆ ਦਾ ਰੋਗ ਸੀ। ਕਿਰਿਆ ਤੇ ਕਰਮ ਨੂੰ ਭਾਵੇਂ ਵੱਖਰੇ ਨਹੀਂ ਹੁੰਦੇ, ਪਰ ਇਹਨੂੰ ਸਮਝਾਉਣ ਵਾਸਤੇ ਵੱਖਰੇ ਕੀਤਾ ਗਿਆ। ਇਹ ਹੈ ਕਿਰਿਆ ਦਾ ਰੋਗ। ਹੁਣ ਇੱਕ ਕਿਰਿਆ ਗਲਤ ਹੋਈ, ਰੋਗ ਲੱਗ ਗਿਆ। ਦੂਜੀ ਕਿਰਿਆ ਠੀਕ ਹੋਈ, ਸੁੰਡ ਜਮੈਣ ਲੈ ਲੈ, ਵੀ ਆਹ ਲੈ ਲੈ ਐਂਟੀਬਾਇਓਟਿਕ, ਆਹ ਦਵਾਈ ਲੈ ਲੈ, ਤੇ ਹਾਜ਼ਮੇ ਵਾਲੀ ਦਵਾਈ ਲੈ ਲੈ, ਤੂੰ ਹਾਜ਼ਮਾ ਖਰਾਬ ਸੀ, ਪੇਟ ਖਰਾਬ ਹੋਇਆ ਸੀ, ਉਹ ਠੀਕ ਹੋ ਗਿਆ ਜੀ ਮੈਂ। ਇਹ ਕੋਈ ਕਰਮ ਦਾ ਰੋਗ ਨਹੀਂ ਸੀ, ਇਹ ਕਿਰਿਆ। ਕਈ ਲੋਕ ਇਸੇ ਕਿਰਿਆ ਰੋਗ ਨੂੰ ਲੈ ਕੇ ਕਹਿੰਦੇ ਨੇ ਜੀ ਇਹ ਤਾਂ ਇਸ ਤਰ੍ਹਾਂ ਹੁੰਦੇ ਨੇ। ਦੋ ਤਰ੍ਹਾਂ ਦੇ ਹੁੰਦੇ ਨੇ। ਦੂਸਰਾ ਕਰਮ ਰੋਗ। ਕਰਮ ਰੋਗ ਹੈ ਜਿਹੜੇ ਪਿਛਲੇ ਜਨਮ ਦਾ ਪਾਪ ਕਰਮ ਦਾ ਫਲ ਦੁੱਖ ਰੂਪ 'ਚ ਹੋ ਕੇ ਪ੍ਰਾਪਤ ਹੋ ਰਿਹਾ ਹੈ। ਉਹ ਡਾਕਟਰਾਂ ਨੂੰ ਵੀ, ਵੈਦਾਂ ਨੂੰ ਵੀ, ਰਾਜਿਆਂ ਮਹਾਰਾਜਿਆਂ ਨੂੰ ਵੀ, ਇੱਕ ਜੀਵ ਤੋਂ ਲੈ ਕੇ ਦੇਵਤਿਆਂ ਨੂੰ ਵੀ, ਰਾਖਸ਼ਾਂ ਨੂੰ ਵੀ ਕਰਮ ਦੇ ਅਨੁਸਾਰ ਰੋਗ ਹੈ। ਜਿਹੜਾ ਕਰਮ ਦਾ ਰੋਗ ਹੋਵੇ, ਆਪਣੇ ਕਰਮ ਨਾਲ ਹੀ ਸਮਝੌਤਾ ਕਰਨਾ ਪੈਂਦਾ, ਨਹੀਂ ਤਾਂ ਝਗੜਾ ਹੋਊਗਾ। ਕਰਮ ਰੋਗ ਕਈ ਤਰ੍ਹਾਂ ਦੇ ਹੈ। ਦੁੱਖ ਦੇਣਾ ਹੈ, ਦੁੱਖ ਰੂਪ ਦੇ ਵਿੱਚ ਸਾਡੇ ਪਾਪ ਨੇ ਫਲ ਦੇਣਾ ਹੈ। ਉਹ ਸੰਬੰਧੀ ਰੂਪ ਦੇ ਵਿੱਚ ਆ ਜਾਵੇ, ਗਵਾਂਢੀ ਦੇ ਰੂਪ ਦੇ ਵਿੱਚ ਆ ਜਾਵੇ, ਸਾਡੇ ਸਕਿਆਂ ਦੇ ਵਿੱਚੋਂ ਕੋਈ ਸਾਡਾ ਦੁਸ਼ਮਣ ਬਣ ਜਾਂਦਾ ਹੈ,
ਤੇ ਉਹੀ ਫਿਰ ਮੁੜ ਕੇ ਕਹਿੰਦਾ ਵੀ ਮੇਰੀ ਬੜੀ ਗਲਤੀ ਸੀ। ਉਹਦੇ ਤਾਂ ਬਸ ਹੀ ਨਹੀਂ ਵਿਚਾਰੇ ਦੇ। ਵਸਿਸ਼ਠ ਮੁਨੀ ਦਾ 100 ਪੁੱਤ ਮਾਰ ਦੇਣਾ ਛੋਟੀ ਜਿਹੀ ਗੱਲ ਨਹੀਂ ਹੈ। ਤਾਂ ਵਿਸ਼ਵਾਮਿੱਤਰ ਅਖੀਰ ਦੇ ਵਿੱਚ ਹਾਰ ਖਾ ਕੇ ਮਾਰਨ ਵਾਲਾ ਆ ਕੇ ਕਹਿੰਦਾ, ਵਸਿਸ਼ਠ ਜੀ ਕੱਪੜੇ ਵਿਸ਼ਵਾਮਿੱਤਰ ਨੇ ਲਾ ਕੇ ਡੰਡੌਤ ਕਰਦਾ ਮੱਥਾ ਟੇਕਣ ਆਇਆ ਸੀ। ਫਿਰ ਉਹਦਾ ਕਾਰਨ ਕੀ ਸੀ? 100 ਪੁੱਤਰ ਮਰੇ। ਇਹਦੇ ਘਰੋਂ ਵਸਿਸ਼ਠ ਮੁਨੀ ਦੇ ਉਹ ਪੁੱਤਰਾਂ ਨੂੰ ਯਾਦ ਕਰ ਕਰਕੇ ਬਿਲ ਪਿਆ ਕਰੇ। ਤਾਂ ਇੱਕ ਦਿਨ ਕਹਿੰਦੀ ਹੈ, ਹੇ ਪਤੀ ਦੇਵ, ਮੇਰਾ ਮਨ ਪੁੱਤਰਾਂ ਦੇ ਮੋਹ ਦੇ ਵਿੱਚ ਬੇਚੈਨ ਰਹਿੰਦਾ ਹੈ ਵੀ ਤੂੰ ਤਾਂ ਮੇਰਾ ਪਤੀ ਹੈ, ਵੀ ਘਰਦਿਆਂ ਦੇ ਉੱਤੇ ਸ਼ਰਧਾ ਨਹੀਂ ਹੁੰਦੀ, ਵੀ ਕੋਈ ਮੈਨੂੰ ਰਿਸ਼ੀ ਦੱਸ ਇਹੋ ਜਿਹਾ ਜਿਹਦੇ ਦਰਸ਼ਨ ਕਰਕੇ ਨਾ ਮੈਂ ਇਹ ਦੁੱਖ ਤੋਂ ਛੁੱਟ ਜਾ। ਪੁੱਤਰ ਤਾਂ ਜਿਉਂਦੇ ਹੋਣੇ ਨਹੀਂ ਹੁਣ, ਪਰ ਮੈਂ ਜਿਹੜੀ ਜ਼ਿੰਦਗੀ ਆ ਉਹ ਤਾਂ ਸੌਖੀ ਕੱਟ ਲੂੰ। ਕੋਈ ਇਹੋ ਜਿਹਾ ਪ੍ਰਤਾਪ ਵਾਲਾ ਸੰਤ ਦੱਸ। ਕਹਿੰਦੇ ਕਿਹਾ ਜਾ, ਸੂਰਜ ਚੜ੍ਹਨ ਤੋਂ ਪਹਿਲਾਂ ਲਾਲੀ ਆ ਜਾਂਦੀ ਹੈ। ਸੂਰਜ ਦੀ ਲਾਲੀ ਕਨੀ ਉਂਗਲ ਕਰਕੇ ਕਹਿੰਦੀ ਇਹੋ ਜਿਹਾ ਪ੍ਰਤਾਪ ਹੋਵੇ ਜਿਵੇਂ ਸੂਰਜ ਚੜ੍ਹਦੇ ਸੂਰਜ ਦੀ ਲਾਲੀ ਦਾ। ਵਸਿਸ਼ਠ ਮੁਨੀ ਜੀ ਹੱਸ ਪਏ। ਕਹਿੰਦੇ ਪਤੀ ਦੇਵ ਹੱਸਣ ਨਾਲ ਤਾਂ ਪ੍ਰਕਰਨੇ ਨਹੀਂ ਹੈ। ਕਹਿੰਦਾ ਮੈਂ ਇਸ ਹੱਸਦਾ ਤੇਰੇ ਅਗਿਆਨ ਤੇ ਵੀ ਇਹ ਜੇ ਪ੍ਰਤਾਪ ਵਾਲਾ ਸਿਰਫ ਇੱਕੋ ਹੀ ਅੱਜ ਸੰਸਾਰ ਦੇ ਵਿੱਚ ਰਿਸ਼ੀ ਹੈ। ਇਹ ਸਾਰੀ ਵਾਰਤਾ ਵਸਿਸ਼ਠ ਦੀ ਤੇ ਉਹਦੇ ਘਰੋਂ ਬੀਬੀ ਦੀ ਮਾਤਾ ਦੀ ਵਿਸ਼ਵਾਮਿੱਤਰ ਲੋਕੇ ਉਹਲੇ ਚ ਸੁਣ ਰਿਹਾ ਸੀ ਵੀ ਮੈਂ ਇਹਨਾਂ ਦੇ ਪੁੱਤ ਮਾਰੇ, ਮੈਨੂੰ ਗਾਲਾਂ ਕਿੰਨੀਆਂ ਕੁ ਕੱਢਦੀ ਹੈ ਮਾਂ ਰਿਸ਼ੀ ਦੇ ਘਰ ਵਾਲੀ, ਤੇ ਰਿਸ਼ੀ ਕਿੰਨੀਆਂ ਕੁ ਗਾਲਾਂ ਕੱਢਦਾ ਹੋਊਗਾ। ਉਹ ਸੁਣ ਰਿਹਾ ਹੈ। ਵਸਿਸ਼ਠ ਦੱਸਣ ਲੱਗਿਆ, ਉਹ ਵੀ ਸਾਵਧਾਨ ਹੋ ਗਿਆ ਵੀ ਇਹੋ ਜਿਹੇ ਰਿਸ਼ੀ ਦੇ ਤਾਂ ਫਿਰ ਮੈਂ ਵੀ ਦਰਸ਼ਨ ਕਰੂੰ। ਕਹਿੰਦੀ ਪਤੀ ਦੇਵ ਕੌਣ ਹੈ ਉਹ? ਕਹਿੰਦੇ ਮੈਂ ਤਾਂ ਹੱਸਦਾ ਵੀ ਉਹ ਤਾਂ ਰੋਜ਼ ਹੀ ਆ ਜਾਂਦਾ ਆਪਣੇ ਇੱਥੇ। 100 ਪੁੱਤਰ ਮਾਰ ਲਿਆ ਸੀ ਉਦੋਂ। ਕਹਿੰਦੇ ਕੌਣ? ਕਹਿੰਦੇ ਵਿਸ਼ਵਾਮਿੱਤਰ। ਜਿਹਨੇ 100 ਪੁੱਤਰ ਮਾਰੇ ਉਹਦੀ ਉਪਮਾ ਉਹ ਕਰ ਰਿਹਾ ਜਿਹਦੇ ਪੁੱਤਰ ਮਰੇ। ਵਸਿਸ਼ਠ ਮੁਨੀ ਦੀ ਗੱਲ ਸੁਣ ਕੇ ਵਿਸ਼ਵਾਮਿੱਤਰ ਦੀਆਂ ਤਾਹਾਂ ਨਿਕਲ ਗਈਆਂ। ਉਹਨੇ ਸਾਰੇ ਸ਼ਸਤਰ ਇੱਕ ਪਾਸੇ ਲਾ ਦਿੱਤੇ। ਇੱਕ ਲੱਕ ਵਾਲਾ ਤੇ ਫਿਰ ਡੰਡੌਤ ਕਰਦਾ ਧਰਤੀ ਤੇ ਘਿਸਰ ਕੇ ਆਇਆ ਮੱਥਾ ਟੇਕਣ। ਨਿਮਰਤਾ ਐਡੀ ਬੜੀ ਚੀਜ਼ ਹੈ। ਪੈਰ ਫੜ ਲਏ, ਕਹਿੰਦੇ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਪੁੱਤ ਮਾਰੇ ਤੇ ਤੁਸੀਂ ਮੈਨੂੰ। ਤੇ ਦੇਖ ਕੇ ਕਹਿੰਦੇ ਆਓ ਜੀ ਬ੍ਰਹਮ ਰਿਸ਼ੀ ਜੀ। ਉਹ ਕਹਿੰਦੇ ਝਗੜਾ ਤਾਂ ਇੰਨਾ ਹੀ ਸੀ, ਤੂੰ ਮੈਨੂੰ ਰਾਜ ਰਿਸ਼ੀ ਕਹਿੰਦਾ ਸੀ। ਬ੍ਰਹਮਾ ਨੇ ਕਿਹਾ ਸੀ ਵੀ ਤੈਨੂੰ ਵਸਿਸ਼ਠ ਮੁਨੀ ਜਿਹੜਾ ਉਹ ਮਾਤ ਲੋਕ ਦਾ ਬ੍ਰਹਮ ਹੈ, ਜੇ ਉਹ ਤੈਨੂੰ ਮੰਨ ਲੂਗਾ ਬ੍ਰਹਮ ਰਿਸ਼ੀ ਤਾਂ ਤੂੰ ਦੇਵਪੁਰੀ ਚ ਮੰਨਿਆ ਜਾਏਗਾ। ਮੈਂ ਤੇਰਾ ਪੁੱਤ ਮਾਰਿਆ ਤਾਂ ਵੀ ਤੂੰ ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ? ਅੱਜ ਕਹਿ ਦਿੱਤਾ 100 ਪੁੱਤਰ ਮਰਾ ਕੇ, ਹੁਣ ਮੈਨੂੰ ਪਛਤਾਵਾ ਹੈ। ਮੈਨੂੰ 2 ਗੱਲਾਂ ਦੱਸ। ਇੱਕ ਤਾਂ ਪਹਿਲਾਂ ਮੈਨੂੰ ਬ੍ਰਹਮ ਰਿਸ਼ੀ ਕਿਉਂ ਨਹੀਂ ਕਿਹਾ? ਉਹ ਕਹਿੰਦੇ ਮੈਂ ਕਹਿ ਨਹੀਂ ਸਕਦਾ। ਜਿਹਦੇ ਸ਼ਸਤਰ ਪਹਿਨੇ ਹੋਣ, ਕਿੱਡੇ ਹੀ ਤਪਸਵੀ ਹੋਵੇ, ਉਹ ਰਾਜ ਰਿਸ਼ੀ ਹੁੰਦਾ ਹੈ। ਤੂੰ ਹੁਣ ਸ਼ਸਤਰਾਂ ਤੋਂ ਬਿਨਾਂ ਤੂੰ ਬ੍ਰਹਮ ਰਿਸ਼ੀ ਹੈ। ਹੁਣ ਬ੍ਰਹਮ ਗਿਆਨ ਤਾਂ ਉਹਨੂੰ ਵੀ ਆ ਸ਼ਸਤਰਾਂ ਵਾਲੇ ਨੂੰ। ਕਹਿੰਦਾ ਜੀ ਮੇਰੀ ਭੁੱਲ ਸੀ, ਪਰ ਹੁਣ ਮੈਨੂੰ ਇਹ ਦੱਸੋ ਵੀ ਤੁਹਾਡੀ ਘਰ ਵਾਲੀ ਨੂੰ ਤਾਂ ਪਤਾ ਨਹੀਂ ਉਹਨਾਂ ਪਛਤਾਵਾ ਹੈ ਖਣੀ ਨਹੀਂ, ਤੁਹਾਨੂੰ ਪਛਤਾਵਾ ਇੰਨਾ ਹੈ ਨਹੀਂ ਪੁੱਤਰਾਂ ਦਾ, ਪਰ ਮੈਨੂੰ ਪਛਤਾਵਾ ਵੱਡ ਕੇ ਹੁਣ ਖਾ ਰਿਹਾ ਹੈ ਕਿ ਮੇਰੇ ਕੋਲੋਂ ਐਡਾ ਵੱਡਾ ਪਾਪ ਹੋ ਗਿਆ। ਬੱਚਿਆਂ ਦਾ ਤਾਂ ਕਸੂਰ ਕੋਈ ਨਹੀਂ ਸੀ। ਮੈਂ ਈਰਖਾ ਵਸ ਹੋ ਕੇ ਆਪਣੀ ਇਹ ਤੁਹਾਡੇ ਕੋਲੋਂ ਸਤਿਕਾਰਤ ਸ਼ਬਦ ਲੈਣ ਵਾਸਤੇ ਮੈਂ ਬੜਾ ਘਾਤ ਕਰ ਦਿੱਤਾ। ਵਸਿਸ਼ਠ ਮੁਨੀ ਜੀ ਬੋਲਦੇ ਉੱਥੇ, ਕਹਿੰਦੇ ਵਿਸ਼ਵਾਮਿੱਤਰ ਨਾ ਪਛਤਾਵਾ ਮੇਰੇ ਘਰ ਵਾਲੀ ਕਰੇ ਤੇ ਨਾ ਤੂੰ ਕਰ। ਕਹਿੰਦੇ ਕਿਉਂ? ਕਹਿੰਦੇ ਮੇਰੇ ਪੁੱਤਰਾਂ ਦੀ ਮੌਤ ਕਰਮਾਂ ਦੇ ਅਨੁਸਾਰ ਲਿਖੀ ਉਹ ਤੇਰੇ ਹੱਥ ਤੋਂ ਸੀ, ਇਹ ਹੋਣੀ ਉਹ ਏਕਣ ਸੀ। ਤੋ ਇਸ ਕਰਕੇ ਇਹ ਜਿਹੜਾ ਸਾਰਾ ਕੁਛ ਉਹਨਾਂ ਦਾ ਵਿਗਾਸ ਜਿਹੜਾ ਹੈ, ਸੁਣਿਆ ਦੁੱਖ ਪਾਪ ਕਰਨਾ, ਵਿਗਾਸ ਤਾਂ ਬਣਿਆ ਰਿਹਾ। ਚਲੋ ਡੋਲ ਵੀ ਗਿਆ ਸੀ, ਉਹ ਖੁਦਕਸ਼ੀ ਕਰਕੇ ਮਰਨ ਲੱਗਿਆ। ਰਿਸ਼ੀਆਂ ਮੁਨੀਆਂ ਨੇ ਪੁੱਛਿਆ, ਉਹ ਬਾਅਦ ਦੇ ਪ੍ਰਸੰਗ ਨੇ, ਇਹਦੇ ਨਾਲ ਨਹੀਂ ਉਹ ਮੇਲ ਖਾਂਦੇ, ਇਸ ਕਰਕੇ ਇੱਥੇ ਨਹੀਂ ਉਹਦੀ ਲੋੜ। ਤੇ ਨਾਮ ਸੁਣਨ ਕਰਕੇ ਹੁਣ ਰਿਸ਼ੀ ਨੂੰ ਪਤਾ ਵੀ ਮੇਰੇ ਪੁੱਤਰ ਸੰਤਾਨ ਦੇ ਮਰਨ ਤੋਂ ਵੱਡਾ ਦੁੱਖ ਕੋਈ ਨਹੀਂ ਮਾਂ ਬਾਪਾਂ ਨੂੰ ਹੋ ਸਕਦਾ। ਪਤੀ ਪਤਨੀ ਦੇ ਆਪਸ ਵਿੱਚ ਹੀ ਮਰਨ ਦਾ ਸੰਬੰਧ, ਇੱਕ ਜਣਾ ਮਰ ਜਾਏ, ਇਹ ਦੁੱਖ ਬਹੁਤ ਵੱਡਾ ਹੈ। ਪਰ ਲੇਕਿਨ ਜਦੋਂ ਕਰਮਾਂ ਦੇ ਅਨੁਸਾਰ ਸਮਝਾਂਗੇ ਤਾਂ ਮੱਲਮ ਲੱਗ ਜਾਂਦੀ ਹੈ, ਬਾਕੀ ਦਾ ਸਮਾਂ ਕੱਟਣਾ ਸੌਖਾ ਹੋ ਜਾਂਦਾ ਹੈ। ਤੋ ਇਸੇ ਤਰ੍ਹਾਂ ਦਾ ਬਹੁਤ ਤਰ੍ਹਾਂ ਦੇ ਪ੍ਰਸੰਗ ਗੁਰੂ ਘਰ ਦੇ ਵਿੱਚ ਨੇ। ਸੁਣਿਆ ਦੁੱਖ ਪਾਪ ਕਾ ਨਾਸ, ਅਰਥ ਇਹਦੇ ਹੋਲੇ ਨੇ, ਇਹਦੇ ਤੇ ਮੈਂ ਪ੍ਰਮਾਣ ਦੇਣ ਲੱਗਿਆ।
ਤੇ ਅਰਥ ਚੇਤੇ ਰੱਖਣ ਦੀ ਲੋੜ ਹੈ ਵੀ ਨਾਮ ਦੇ ਸੁਣਨ ਕਰਕੇ ਦੁੱਖਾਂ ਤਕਲੀਫਾਂ ਦਾ ਤੇ ਪਾਪਾਂ ਗੁਨਾਹਾਂ ਦਾ ਕਾਰਨ ਕੀ ਹੈ। ਵੀ ਕੁਝ ਐਸੇ ਸ਼ਕਤੀਸ਼ਾਲੀ ਮਹਾਂਪੁਰਸ਼ ਅਵਤਾਰੀ ਪੁਰਖ ਨੇ ਕਿ ਜਿਹੜੇ ਪਾਪ ਦੀ ਜੜ ਵੱਢ ਦਿੰਦੇ ਆ ਤੇ ਦੁੱਖ ਆਪ ਹੀ ਖਤਮ ਹੋ ਜਾਂਦਾ ਸੁਣਨ ਦੇ ਨਾਲ। ਬਾਦਸ਼ਾਹ ਦਾ ਵਜ਼ੀਰ ਲਾਹੌਰ ਦੇ ਵਿੱਚ ਰਹਿਣ ਵਾਲਾ ਵਜ਼ੀਰ ਖਾਂ, ਉਹਨੂੰ ਜਲੋਦਰ ਦਾ ਰੋਗ ਹੋ ਗਿਆ, ਪੇਟ ਦੇ ਵਿੱਚ ਪਾਣੀ ਭਰ ਗਿਆ। ਤੇ ਇਹ ਇਹੋ ਜਿਹਾ ਰੋਗ ਸੀ ਵੀ ਉਸ ਵੇਲੇ ਇਲਾਜ ਵੀ ਇੰਨੇ ਵਧੀਆ ਆਪਰੇਸ਼ਨ ਤਾਂ ਹੁੰਦੇ ਹੀ ਨਹੀਂ ਸੀ। ਤੇ ਕੁਝ ਲੋਕ ਸੀ ਵੈਦ ਜਿਹੜੇ ਪੇਟ ਪਾੜ ਕੇ ਕਰਦੇ, ਉਹਦੇ ਜਾਨ ਚਲੀ ਜਾਂਦੀ ਸੀ। ਹਾਏ ਹਾਏ ਕਰਦਾ ਬਿਲਾਪ ਕਰਦਾ। ਇੱਕ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਇਸ਼ਨਾਨ ਤੋਂ ਬਾਅਦ ਬਾਣੀ ਪੜ੍ਹਨੀ ਸ਼ੁਰੂ, ਜਵਾਨੀ ਉਹਦੇ ਕੰਠ ਸੀ ਸੁਖਮਨੀ ਸਾਹਿਬ, ਜਪਜੀ ਸਾਹਿਬ। ਉਹ ਉੱਚੀ ਧੁਨ ਨਾਲ ਪੜ੍ਹਦਾ ਹੁੰਦਾ ਸੀ ਸੁਭਾਅ ਨੂੰ, ਤੇ ਉੱਚੀ ਧੁਨ ਦੇ ਨਾਲ ਪੜ੍ਹਦਿਆਂ ਪੜ੍ਹਦਿਆਂ ਉਹ ਹੌਲੀ ਹੌਲੀ ਤੁਰਿਆ ਜਾਂਦਾ, ਕਿਉਂਕਿ ਧਿਆਨ ਬਹੁਤਾ ਸੀ ਬਾਣੀ ਦੇ ਵਿੱਚ। ਤੇ ਇਸ ਕਰਕੇ ਪੈਰਾਂ 'ਚ ਕਾਹਲ ਆਏ ਨਹੀਂ ਸੀ, ਸੁਤੇ ਸਿੱਧ ਪੈਰ ਤੁਰ ਰਹੇ ਸੀ। ਉਹਦੇ ਵਜ਼ੀਰ ਖਾਂ ਦੇ ਕੰਨਾਂ ਦੇ ਵਿੱਚ ਆਵਾਜ਼ ਧੁਨੀ ਪਈ। ਉਹ ਜਿੰਨੀ ਦੇਰ ਤੱਕ ਆਵਾਜ਼ ਸੁਣਦੀ ਰਹੀ ਉਨੀ ਦੇਰ ਤੱਕ ਤਕਲੀਫ ਜਿਹੜੀ ਆ ਉਹਨੂੰ ਮਹਿਸੂਸ ਹੋਇਆ ਜਿਵੇਂ ਮੱਲਮੇ ਲੱਗੀ ਹੁੰਦੀ ਹੈ, ਰਾਹਤ ਮਿਲੀ ਕੁਛ। ਉਹਨੇ ਕਿਹਾ ਇਹ ਕਿਆ ਕਰਾਂ ਮਾਤਾ ਹੈ। ਅਗਲੇ ਦਿਨ ਫਿਰ ਉਹਨੇ ਕਿਹਾ ਆਪਣੇ ਨੌਕਰ ਨੂੰ, ਕਹਿੰਦਾ ਪਿੱਛਾ ਕਰੇ ਬੰਦਾ ਕੌਣ ਹੈ, ਇਹ ਕੀ ਕਲਾਮ ਪੜ੍ਹਦਾ ਹੈ, ਇਹਦੀ ਕਲਾਮ ਸੁਣ ਕੇ ਮੈਨੂੰ ਸ਼ਾਂਤੀ ਆਉਂਦੀ। ਉਹਨੇ ਆ ਕੇ ਕਿਹਾ ਜੀ ਇਹ ਗੁਰੂ ਕਾ ਸਿੱਖ ਹੈ ਤੇ ਰੋਜ਼ 21 ਪਾਠ ਜਪਜੀ ਸਾਹਿਬ ਦੇ ਇਹਨਾਂ ਦੀ ਕਲਾਮ ਹੈ ਗੁਰੂ ਨਾਨਕ ਦੀ, ਤੇ ਇਹ ਹੁਣ ਕੋਈ ਕਲਾਮ ਹੈ ਇਹਨਾਂ ਦੀ, ਨਾਨਕ ਪਦ ਆਉਂਦਾ ਉਹਦੇ 'ਚ। ਕਹਿੰਦਾ ਬੁਲਾ ਕੇ ਲਿਆਓ ਮੇਰੇ ਕੋਲ। ਬੁਲਾ ਕੇ ਲਿਆਇਆ, ਦੋਵੇਂ ਹੱਥ ਜੋੜ ਕੇ ਜੀ ਕਹਿੰਦਾ ਗੁਰਸਿੱਖਾ ਇਹ ਕਲਾਮ ਕਿਹਦੀ ਹੈ। ਕਹਿੰਦੇ ਜੀ ਨਾਨਕ ਸ਼ਬਦ ਆਉਂਦਾ ਵੀ ਗੁਰੂ ਨਾਨਕ ਸਾਹਿਬ ਦਾ ਸੰਸਾਰ ਦੇ ਸਰੀਰ ਹੈ ਨਹੀਂ ਉਹਨਾਂ ਦਾ। ਉਹ ਕਹਿੰਦੇ ਜੀ ਹੈਗੇ, ਸਰੀਰ ਬਦਲ ਕੇ ਉਹ ਨਾ 5ਵੇਂ ਜਾਮੇ 'ਚ ਹੁਣ, ਇਸ ਕਰਕੇ ਉਹ ਨਾਨਕ ਸ਼ਬਦ ਤਾਂ ਇਹ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਬਾਣੀ ਹੈ, ਸਿੱਖਾਂ ਦੀ ਕਲਿਆਣ ਵਾਸਤੇ ਹੈ। ਦੁਖ ਰੋਗ ਬਿਨਸੇ ਪੈ ਭਰਮ, ਸਾਧ ਨਾਮ ਨਿਰਮਲ ਤਾ ਕੇ ਕਰਮ, ਸਰਬ ਇੱਛਾ ਤਾਂ ਕੀ ਪੂਰ। ਐਡੀ ਸੁਖਮਨੀ ਸਾਹਿਬ ਜੀ ਦੀ ਕਹਿਣ ਲੱਗਾ ਵੀ ਮੈਨੂੰ ਇਹ ਕਲਾਮ ਸੁਣਾ ਦੇ ਸਾਰੀ। ਆਸਣ ਉੱਚਾ ਲਾ ਦਿੱਤਾ। ਸਿੱਖ ਬਹੁਤ ਰਸ ਦੇ ਵਿੱਚ ਆ ਕੇ ਸੁਖਮਨੀ ਸਾਹਿਬ ਸੁਣਾਉਂਦਾ ਰਿਹਾ। ਜਿੰਨਾ ਚਿਰ ਸੁਣਾਉਂਦਾ ਰਿਹਾ ਉਨੀ ਦੇਰ ਤੱਕ ਉਹਦੀ ਪੀੜਾ ਬਿਲਕੁਲ ਜਿਵੇਂ ਟੀਕਾ ਲਾ ਕੇ ਸੁਣਨੇ ਕਰ ਦਈਦਾ। ਉਹਦੀ ਸਾਰੀ ਸੁਰਤ ਜਿਹੜੀ ਸ਼ਬਦੀ, ਉਹਦੇ 'ਚ ਗੁਰਸਿੱਖ 'ਚ ਐਡੀ ਸ਼ਕਤੀ ਸੀ, ਉਹਦੀ ਸੁਰਤ ਜਿਹੜੀ ਪੀੜਾ ਨੂੰ ਮਹਿਸੂਸ ਕਰਦੀ। ਬੇਹੋਸ਼ ਹੋਇਆ ਬੰਦਾ ਕਦੇ ਨਹੀਂ ਮਹਿਸੂਸ ਕਰਦਾ ਪੀੜਾ, ਬੇਸੁਰਤ ਹੈ। ਹੁਣ ਇਹ ਜਦੋਂ ਸੁਰਤੀ ਸਾਰੀ ਦੀ ਸਾਰੀ ਸ਼ਬਦ ਵਿੱਚ ਜੁੜ ਗਈ ਤੇ ਸਰੀਰ ਦੀ ਤਕਲੀਫ ਨੂੰ ਕੌਣ ਸਮਝੇ। ਐਡਾ ਸਰੋਤਾ ਸੁਣਨ ਕਰਕੇ ਕੋਈ ਇਹੋ ਜਿਹਾ ਸਰੋਤਾ ਹੁੰਦਾ ਹੈ, ਇਹਦੇ ਭਾਗ ਜਾ ਕੇ। ਸੁਖਮਨੀ ਸਾਹਿਬ ਤੋਂ ਬਾਅਦ ਮੁੜ ਕੇ ਫੇਰ ਤਕਲੀਫ ਹੋ ਗਈ। ਉਹ ਕਹਿੰਦਾ ਗੁਰਸਿੱਖਾ ਇੱਕ ਪਰਉਪਕਾਰ ਕਰ, ਵੀ ਹਰ ਵਕਤ ਸੁਖਮਨੀ ਸਾਹਿਬ ਦਾ ਪਾਠ ਹੀ ਹੁੰਦਾ ਰਹੇ। ਉਹਨੇ ਹੋਰ ਗੁਰਸਿੱਖ ਬੁਲਾ ਲਏ, ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਉਹ ਸੁਣਦਾ ਰਿਹਾ ਤੇ ਇਹਦੀ ਪੀੜਾ ਬਿਲਕੁਲ ਹੀ ਖਤਮ ਹੋ ਗਈ। ਸੁਣਿਆ ਦੁੱਖ ਪਾਪ ਕਰਨਾ, ਬਾਣੀ ਨੇ ਪਾਪ ਕਰਮ ਖਤਮ ਕਰ ਦਿੱਤਾ। ਜਿਹਦੇ ਕਰਕੇ ਦੁੱਖ ਸੀ ਉਹ ਵੀ, ਦੁੱਖ ਵੀ ਖਤਮ ਹੋ ਗਿਆ, ਪਾਪ ਵੀ ਖਤਮ ਹੋ ਗਿਆ। ਇਹ ਗੁਰਸਿੱਖ ਨੂੰ ਕਹਿੰਦਾ ਗੁਰਸਿੱਖਾ ਜਿੱਥੇ ਐਡਾ ਵੱਡਾ ਪਰਉਪਕਾਰ ਕੀਤਾ ਮੇਰੇ ਤੇ ਇੱਕ ਹੋਰ ਵੀ ਪਰਉਪਕਾਰ ਕਰ ਦੇ। ਕਹਿੰਦੇ ਜੀ ਦੱਸੋ। ਕਹਿੰਦੇ ਜਿਹੜੇ ਗੁਰੂ ਦੀ ਕਲਾਮ ਹੈ ਉਹਦੇ ਕੋਲ ਮੈਨੂੰ ਲੈ ਕੇ ਚੱਲ। ਇਹ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਪਹੁੰਚਿਆ। ਉਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਚੱਲਦੀ ਸੀ ਸਰੋਵਰ ਦੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਸਰੋਵਰ ਹੈ ਇਹਦੀ ਸੇਵਾ ਚੱਲਦੀ ਸੀ। 3 ਬੇਰੀਆਂ ਨੇ ਇੱਥੇ। ਇੱਕ ਦੁੱਖ ਭੰਜਨੀ ਬੇਰ ਹੈ ਜਿੱਥੇ ਕੋੜੀ ਠੀਕ ਹੋਇਆ ਸੀ ਬੀਬੀ ਰਜਨੀ ਦਾ ਪਤੀ। ਇੱਕ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਬੈਠ ਕੇ ਸੇਵਾ ਕਰਾਇਆ ਕਰਦੇ ਸੀ। ਇੱਕ ਬੇਰ ਹੈ ਇਲਾਚੀ ਬੇਰ। ਇਹਦੇ ਬੇਰ ਨਾ ਇਲਾਚੀ ਵਰਗੇ ਛੋਟੇ ਛੋਟੇ, ਤਾਂ ਇਹਦਾ ਨਾਂ ਇਲਾਚੀ। ਇਹ ਬੇਰ ਹੈ, ਇਹਦੇ ਹੇਠਾਂ ਬੈਠ ਕੇ ਗੁਰੂ ਅਰਜਨ ਦੇਵ ਜੀ ਦੀਵਾਨ ਵੀ ਲਾਇਆ ਕਰਦੇ ਸੀ ਤੇ ਸੇਵਾ ਸੰਭਾਲ ਗੁਰਸਿੱਖਾਂ ਨੂੰ ਮਿਲਦੀ ਸੀ। ਮੰਜੀ ਸਾਹਿਬ ਬਣਿਆ ਹੋਇਆ। ਜਾ ਕੇ ਇਹਨੇ ਮੱਥਾ ਟੇਕਿਆ, ਕਿਹਾ ਮਹਾਰਾਜ ਤੁਹਾਡੇ ਸਿੱਖ ਨੇ ਬੜਾ ਪਰਉਪਕਾਰ ਮੇਰੇ ਤੇ ਕੀਤਾ, ਪਰ ਪੇਟ ਦੇ ਅੰਦਰ ਪਾਣੀ ਭਰਿਆ ਹੋਇਆ ਹੈ ਤੇ ਜਿੰਨੀ ਦੇਰ ਤੱਕ ਇਹਦੀ ਨਿਵਰਤੀ ਨਹੀਂ ਹੁੰਦੀ ਡਾਕਟਰ ਕਹਿੰਦੇ ਵੀ ਬਿਮਾਰੀ ਦੁਬਾਰੇ ਹੋ ਜਾਊਗੀ। ਵੀ ਜਿੱਥੇ ਤੁਹਾਡੀ ਬਾਣੀ ਨੇ ਇੰਨੀ ਕਿਰਪਾ ਕੀਤੀ ਹੈ
ਤੁਸੀਂ ਮਹਾਰਾਜ ਇੰਨੀ ਕਾ ਵੀ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਜਿਹੜੇ ਛੋਟੇ ਮੋਟੇ ਕੰਮ ਨੇ ਜਿਹੜੇ ਸਿੱਖ ਕਰ ਸਕਦੇ ਨੇ, ਕਹਿੰਦੇ ਉਹ ਨਹੀਂ ਗੁਰੂ ਤੋਂ ਕਰਾਈਦੇ। ਇਹੋ ਜਿਹੇ ਤੇ ਕੰਮ ਛੋਟੇ ਮੋਟੇ ਜਿਹੇ ਕੰਮ ਜਿਹੜੇ ਤਾਂ ਸਿੱਖ ਹੀ ਕਰ ਦਿੰਦੇ ਆ। ਕਹਿੰਦੇ ਜੀ ਆਪ ਕਰ ਦਿਓ ਚਾਹੇ ਸਿੱਖ ਤੋਂ ਕਰਾ ਦਿਓ, ਮੈਨੂੰ ਦੱਸੋ ਕਿਹੜਾ ਸਿੱਖ ਕਰੇ। ਮਹਾਰਾਜ ਉਂਗਲ ਕਰਕੇ ਕਹਿੰਦੇ ਉਹ ਜਿਹੜਾ ਬਜ਼ੁਰਗ ਬੈਠਾ ਨਾ ਬੇਰੀ ਦੇ ਹੇਠਾਂ, ਬਾਬਾ ਬੁੱਢਾ ਸਾਹਿਬ, ਇਹ ਉਹਦੇ ਕਰਨ ਦਾ ਕੰਮ ਹੈ, ਉੱਥੇ ਚਲੇ ਜਾ, ਮੈਨੂੰ ਸੰਗਤਾਂ ਨੂੰ ਮਿਲਣ ਦੇ। ਮਹਾਰਾਜ ਤਾਂ ਇਹ ਕਹਿ ਕੇ ਟਾਲਦਾ। ਤੇ ਬਾਬਾ ਬੁੱਢਾ ਸਾਹਿਬ ਜੀ ਤੇ ਕਦੇ ਕਦੇ ਜਦੋਂ ਬਿਰਧ ਸਰੀਰ ਸੀ, ਜਦੋਂ ਸਰੀਰ ਥੱਕ ਜਾਂਦਾ ਬਹਿ ਜਾਂਦੇ ਸੀ, ਆਰਾਮ ਕਰਦੇ ਸੀ। ਫਿਰ ਸੇਵਾ ਦੇ ਵਾਲਿਆਂ ਦਾ ਧਿਆਨ ਰੱਖਣਾ ਇਹ ਪਰਮਾਤਮਾ ਵੱਲੋਂ ਆਦੋਂ ਹੀ ਹੈ। ਸੇਵਾ ਕਰਨ ਵਾਲੇ ਸੈਂਕੜੇ ਹਜ਼ਾਰਾਂ ਹੋ ਸਕਦੇ ਨੇ, ਕਰਾਉਣ ਵਾਲਾ ਇੱਕੋ ਹੀ ਸਿਰ ਤੇ ਖੜ ਕੇ ਕਰਾਵੇ ਨਾ, ਉਹ ਕਰਨ ਵਾਲਿਆਂ ਨਾਲੋਂ ਵੀ ਮਹਾਤਮ ਜ਼ਿਆਦੇ ਆ। ਪਰ ਹੁਣ ਸਾਧ ਸੰਗਤ ਜੀ ਇਹ ਗੱਲ ਲੋਪ ਹੁੰਦੀ ਜਾ ਰਹੀ ਹੈ। ਨਾ ਕਰਨ ਵਾਲੇ ਰਹੇ ਤੇ ਨਾ ਸੇਵਾ ਕਰਾਉਣ ਵਾਲੇ ਰਹੇ। ਸਿਰ ਤੇ ਖੜਨ ਵਾਲਾ ਵੀ ਨਹੀਂ ਰਿਹਾ ਕੋਈ, ਤੇ ਕਰਨ ਵਾਲੇ ਵੀ ਨਹੀਂ ਰਹੇ। ਇਸ ਕਰਕੇ ਦੁੱਖਾਂ ਦੇ ਨਾਲ ਮੱਥੇ ਮਾਰ ਰਿਹਾ ਸੰਸਾਰ, ਦੁਖੀ ਹੋ ਰਿਹਾ ਹੈ। ਤੋ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਨਾ ਟੋਕਰੀ ਸਿਰ ਤੇ ਆਪ ਚੁੱਕੀ ਹੋ। ਜਦ ਬਾਬਾ ਬੁੱਢਾ ਸਾਹਿਬ ਦੀ ਟੋਕਰੀ ਚੁੱਕੀ ਹੈ, ਬਾਕੀ ਦੇ ਨੱਠ ਨੱਠ ਕੇ ਚੱਕਣਗੇ। ਜਦੋਂ ਆਗੂ ਆਪ ਨਹੀਂ ਕੰਮ ਕਰਦਾ, ਦੂਸਰੇ ਵੀ ਨਹੀਂ ਕਰਦੇ। ਉਹ ਨੱਠ ਨੱਠ ਕੇ ਬਾਕੀ ਦੇ ਵੀ ਬਾਬਾ ਜੀ ਨੇ ਕਹਿੰਦੇ ਨੇ ਵੀ ਮੈਨੂੰ ਵੀ ਸੇਵਾ ਕਰਨ। ਵਜ਼ੀਰ ਖਾਂ ਹੱਥ ਜਾ ਕੇ ਕਹਿੰਦਾ ਬਾਬਾ ਜੀ ਮੇਰੀ ਵੀ ਬੇਨਤੀ ਸੁਣ ਲਓ। ਉਹ ਭਾਈ ਪਰੇ ਹੋ ਜਾ, ਮੈਨੂੰ ਸੇਵਾ ਕਰਨ ਦੇ। ਦੁਬਾਰੇ ਫੇਰ ਬਾਬਾ ਜੀ ਸੁਣ ਲਓ ਬੇਨਤੀ। ਤੇ ਤੀਸਰੀ ਵਾਰੀ ਨੂੰ ਕਹਿੰਦੇ ਬਾਬਾ ਜੀ ਮੈਨੂੰ ਗੁਰੂ ਸਾਹਿਬ ਨੇ ਭੇਜਿਆ ਤੁਹਾਡੇ ਕੋਲ। ਸਿਰ ਤੇ ਸੀ ਭਾਰੀ ਟੋਕਰੀ। ਕਹਿੰਦਾ ਹਾਂ ਦੱਸ ਜਲਦੀ ਦੇ ਕੇ, ਜੇ ਗੁਰੂ ਸਾਹਿਬ ਨੇ ਭੇਜਿਆ ਫਿਰ ਤਾਂ ਗੁਰੂ ਦਾ ਹੁਕਮ ਹੈ। ਕਹਿੰਦੇ ਜੀ ਆਹ ਮੇਰਾ ਕਸ਼ਟ ਕੱਟ ਦਿਓ। ਮਾਰੀ ਟੋਕਰੀ ਭਗਾ ਕੇ ਆਇਆ ਉਹਦੇ ਉੱਤੇ, ਧਰਤੀ ਤੇ ਲਿਟ ਗਿਆ। ਸਾਸ ਜੀ ਇਤਿਹਾਸ ਕਹਿੰਦਾ ਵੀ ਉਹਦੇ ਅੰਦਰ ਦਾ ਪਾਣੀ ਜਿਹੜਾ ਉਹ ਸਾਰੇ ਦਾ ਸਾਰਾ ਜਿਹੜਾ ਮਲ ਰਹਿਤੇ ਸਾਰੇ ਦਾ ਸਾਰਾ ਪਾਣੀ ਬਾਹਰ ਨਿਕਲ ਕੇ ਤੰਦਰੁਸਤ ਹੋ ਗਿਆ। ਇਹ ਗੁਰੂ ਘਰ ਦਾ ਤਾਂ ਫਿਰ ਪ੍ਰੇਮੀ ਬਣਿਆ ਸੀ। ਛੇਵੇਂ ਪਾਤਸ਼ਾਹ ਤੱਕ ਇਹਨੇ ਆਪਣਾ ਜਿਹੜਾ ਪ੍ਰੇਮ ਹੈ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਤੱਕ ਜਿੱਥੇ ਤੱਕ ਇਹਦੀ ਪਹੁੰਚੀ ਨਿਭਾਇਆ ਇਹਨੇ। ਫਿਰ ਸੁਣਿਆ ਇਹ ਦੁੱਖ ਪਾਪ ਕਾ ਨਾਸ। ਨਾਮ ਦੇ ਸੁਣਨ ਕਰਕੇ ਦੁੱਖਾਂ ਦਾ ਵੀ ਤੇ ਪਾਪਾਂ ਦਾ ਵੀ ਸਾਰਿਆਂ ਦੀ ਨਾਸ ਹੋ ਜਾਂਦਾ ਹੈ। ਇਸ ਪ੍ਰਕਾਰ ਦੀਆਂ ਬੇਅੰਤ ਇਸ ਤਰ੍ਹਾਂ ਦੀਆਂ ਸਭ। ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਕਿਤੇ ਗਏ ਹੋਏ ਸੀ ਬਾਹਰ ਕਿਸੇ ਕਾਰਜ ਦੇ ਲਈ, ਜਾਂ ਫਿਰਨ ਤੁਰਨ ਗਏ ਸੀ। ਇਹ ਲਿਖਿਆ ਨਹੀਂ ਵੀ ਕਿੱਧਰ ਗਏ ਸੀ। ਤੇ ਇੱਕ ਕੋੜੀ ਜਿਹਨੂੰ ਘਰਦਿਆਂ ਨੇ ਵੀ ਜਵਾਬ ਦਿੱਤਾ ਰੋਟੀ ਤੋਂ, ਜਿਵੇਂ ਹੁਣ ਆਹ ਬਿਮਾਰੀ ਜਿਹੜੀ ਚੱਲ ਰਹੀ ਹੈ ਪੂਰੇ ਸੰਸਾਰ ਵਿੱਚ, ਇਸੇ ਤਰ੍ਹਾਂ ਕਦੇ ਕੋੜ ਤੋਂ ਲੋਕੀ ਇੱਕ ਨਫ਼ਰਤ ਕਰਦੇ ਸੀ ਵੀ ਜੇ ਕੋੜੀ ਦੇ ਉੱਤੇ ਮੱਖੀ ਬੈਠੀ ਦੂਜੇ ਦੇ ਬੈਠ ਗਈ ਉਹਨੂੰ ਵੀ ਕੋੜ ਹੋ ਜਾਊਗਾ। ਤੇ ਘਰਦਿਆਂ ਨੇ ਕਹਿਤਾ ਵੀ ਹੁਣ ਤੂੰ ਸਾਨੂੰ ਨਾ ਕੋੜ ਕਰਦੀ, ਪਹਿਲਾਂ ਤਾਂ ਰੋਟੀ ਦਿੰਦੇ ਰਹੇ, ਮੁੜ ਕੇ ਰੋਟੀ ਤੋਂ ਵੀ ਜਵਾਬ ਦਿੱਤਾ ਜਿਵੇਂ ਪ੍ਰੇਮੇ ਕੋੜੀ ਨੂੰ ਦਿੱਤਾ। ਮੱਖੀਆਂ ਪਿਣਕਦੀਆਂ ਤੇ ਇੱਕ ਚਾਦਰ ਦੀ ਬੁੱਕਲ ਮਾਰੀ ਹੈ, ਉਹ ਲਹੂ ਪੀਕ ਲੱਗ ਕੇ ਉਹਨੂੰ ਉਹਦੇ ਉੱਤੇ ਮੱਖੀਆਂ ਬੈਠੀ ਜਾਂਦੇ। ਲੋਕੀ ਕਹਿੰਦੇ ਪਰੇ 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 ਹੋ ਜਾ। ਇਸ ਤਰ੍ਹਾਂ ਇਹ ਬੈਠਾ ਸੋਚਦਾ, ਕਹਿੰਦਾ ਵੀ ਖੁਦਕੁਸ਼ੀ ਕਰਕੇ ਮਰ ਜਾ। ਤੇ ਕਿਸੇ ਬੰਦੇ ਨੂੰ ਪੁੱਛਾਂ ਵੀ ਮੈਂ ਸੌਖੇ ਤਰੀਕੇ ਨਾਲ ਕਿਵੇਂ ਮਰ ਸਕਦਾ, ਮੈਂ ਤਾਂ ਮਰਨਾ ਹੁਣ। ਇੱਕ ਬੰਦਾ ਮਿਲ ਗਿਆ, ਉਹਨੂੰ ਕਹਿੰਦਾ ਵੀ ਮੈਂ ਤਾਂ ਮਰਨਾ ਚਾਹੁੰਦਾ। ਉਹ ਕਹਿੰਦਾ ਮਨੁੱਖਾ ਸਰੀਰ ਮਿਲਿਆ ਹੈ ਮਰਨ ਵਾਸਤੇ ਹੈ, ਤੇ ਖੁਦਕੁਸ਼ੀ ਕਰਨ ਵਾਸਤੇ ਨਹੀਂ। ਜਦੋਂ ਆਊਗੀ ਮਰ ਤਾਂ ਜਾਣਾ, ਸਭ ਨਾਲ ਨਹੀਂ ਮਰਨਾ। ਵੀ ਤੂੰ ਆਪਣੇ ਜੁਮੇ ਕਿਉਂ ਲੈਣਾ ਮੌਤ ਨੂੰ, ਦੋਸ਼ੀ ਬਣੇਗਾ। ਆਤਮਘਾਤੀ ਹੈ ਜਗਤ ਕਸਾਈ। ਕਹਿੰਦਾ ਫਿਰ ਕਰਾਂ ਕੀ, ਆਹ ਕੋੜ ਹੋਇਆ ਮੈਨੂੰ। ਉਹ ਕਹਿੰਦਾ ਭਾਈ ਗੱਲ ਇਹ ਹੈ, ਕੋੜ ਤੇਰਾ ਹਟ ਸਕਦਾ। ਕਹਿੰਦਾ ਵੀ ਦੱਸ ਕਿਵੇਂ ਹਟ ਸਕਦਾ। ਕਹਿੰਦਾ ਕਬੀਰ ਦੇ ਕੋਲ ਚਲੇ ਜਾ, ਜੇ ਹੋ ਗਿਆ ਮਿਹਰਬਾਨ ਕੋੜ ਹਟਾ ਦੂ ਤੇਰਾ। ਇਹ ਉਹਦੀਆਂ ਕਰਾਮਾਤਾਂ ਬੜੀਆਂ ਜਗ ਜ਼ਾਹਰ। ਕਿੱਥੇ ਰਹਿੰਦਾ, ਕਹਿੰਦਾ ਫਲਾਣੇ ਰਹੁੰ ਰਹਿੰਦਾ ਕੰਸੀ ਦੇ ਵਿੱਚ। ਚੱਲ ਪਿਆ ਵਿਚਾਰਾ, ਪੁੱਛਦਾ ਪੁੱਛਦਾ ਆਇਆ ਘਰ। ਕਬੀਰ ਸਾਹਿਬ ਘਰ ਹੈ ਨਹੀਂ, ਮਾਤਾ ਲੋਈ ਹੈ। ਇਹਨੇ ਆਵਾਜ਼ ਦਿੱਤੀ ਭਗਤ ਜੀ, ਭਗਤ ਜੀ ਹੈ ਨਹੀਂ ਸੀ। ਲੋਈ ਬਾਹਰ ਨਿਕਲੀ ਹੱਥ ਜੋੜ ਕੇ, ਹਾਂ ਭਾਈ ਭਗਤਾ ਕਿਵੇਂ ਆ? ਪਤਾ ਸੀ ਵੀ ਮੇਰੇ ਪਤੀ ਦੇ ਕੋਲ ਆਉਂਦੇ ਉਹੀ, ਜਾਂ ਕੋਈ ਦੁੱਖ ਬਿਮਾਰੀਆਂ ਵਾਲੇ ਆਉਂਦੇ ਨੇ, ਜਾਂ ਨਾਮ ਜਪਣ ਜਪਾਉਣ ਵਾਲੇ। ਕਹਿੰਦੇ ਮਾਤਾ ਭਗਤ ਜੀ ਕਿੱਥੇ ਨੇ? ਕਹਿੰਦੇ ਭਾਈ ਉਹ ਤਾਂ ਗਏ ਹੋਏ ਨੇ ਬਾਹਰ ਕਿਤੇ। ਪਰ ਤੂੰ ਦੱਸ ਦੁੱਧ ਪੀਣਾ, ਜਿਹੜਾ ਕੁਛ ਘਰ ਹੈ ਅੱਜ ਕੁਦਰਤੀ ਹੈਗਾ, ਨਹੀਂ ਤਾਂ ਕਈ ਵਾਰੀ ਘਰੇ ਲੋਨ ਵੀ ਨਹੀਂ ਸੀ ਹੁੰਦਾ। ਪ੍ਰਸ਼ਾਦਾ ਛਕਣਾ। ਕਹਿੰਦਾ ਮਾਤਾ ਨਾ ਪ੍ਰਸ਼ਾਦਾ ਤਾਂ ਹੋਰ ਥਾਂ ਵੀ ਮਿਲ ਜੂ, ਦੁੱਧ ਵੀ ਬਥੇਰਾ ਮਿਲ ਜੂ ਹੋਰ ਥਾਂ।
ਮੈਂ ਤਾਂ ਕਬੀਰ ਨੂੰ ਹੀ ਮਿਲਣਾ। ਕਹਿੰਦੀ ਭਾਈ ਉਹ ਫਿਰ ਠਹਿਰ ਕੇ ਆ ਜੀ, ਉਹਨਾਂ ਚਿਰ ਬਹਿ ਜਾ, ਪਰ ਜੇ ਕੋਈ ਕੰਮ ਮੇਰੇ ਕਰਨ ਵਾਲਾ ਦੱਸ ਦੇ, ਮੈਂ ਕਰ ਦਿੰਦੀ ਹਾਂ ਸੇਵਾ। ਕਹਿੰਦਾ ਮਾਤਾ ਮੈਨੂੰ ਲੱਗਦਾ ਨਹੀਂ ਵੀ ਤੇਰੇ ਕਰਨ ਵਾਲਾ। ਕਹਿੰਦੀ ਕੰਮ ਦੱਸ ਕੀ ਹੈ। ਚਾਦਰ ਚੱਕ ਕੇ ਕਹਿੰਦਾ ਮਾਤਾ ਕੋਹੜ ਹੋਇਆ ਵਾ ਮੈਨੂੰ, ਮੈਂ ਤਾਂ ਆਪਣਾ ਕੋਹੜ ਹਟਾਉਣ ਵਾਸਤੇ ਆਇਆ। ਲੋਈ ਕਹਿੰਦੀ ਇਹੋ ਜਿਹੇ ਛੋਟੇ ਮੋਟੇ ਕੰਮ ਵਾਸਤੇ ਤੂੰ ਮੇਰੇ ਪਤੀ ਨੂੰ ਉਡੀਕਦਾ? ਇਹੋ ਜਿਹੇ ਛੋਟੇ ਮੋਟੇ ਕੰਮ ਤਾਂ ਮੈਂ ਹੀ ਕਰ ਦਿੰਦੀ ਹੁੰਦੀ ਹਾਂ। ਕਹਿੰਦਾ ਛੋਟਾ ਹੀ ਕੰਮ ਹੈ ਇਹ। ਕਹਿੰਦੇ ਸਾਡੇ ਵਾਸਤੇ ਤਾਂ ਛੋਟਾ, ਮੈਂ ਉਹ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹਾਂ ਰੋਜ਼, ਇਹ ਸੇਵਾ ਕਰਕੇ ਮੈਨੂੰ ਵੀ ਰੱਬ ਨੇ ਦੇਤੀ ਇਹੀ ਜੀ ਸ਼ਕਤੀ। ਬਹਿ ਜਾ। ਬੈਠ ਗਿਆ। ਕਹਿੰਦੇ ਲੈ ਪੂਰਾ ਮਨ ਇਕਾਗਰ ਕਰ ਲੈ, ਜੋ ਮੈਂ ਕਹਿਨੀ ਹੈ ਇਹ ਸੁਣੀ। ਕਹਿੰਦਾ ਜੀ ਠੀਕ ਹੈ, ਨਾਲ ਬੋਲੀ। ਕਹਿੰਦੇ ਕਹਿ ਰਾਮ। ਕਹਿੰਦਾ ਰਾਮ। ਫੇਰ ਕਹਿ ਰਾਮ। ਕਹਿੰਦਾ ਰਾਮ। ਕਹਿੰਦੇ ਇੱਕ ਵਾਰੀ ਹੋਰ ਕਹਦੇ ਰਾਮ। ਕਹਿੰਦਾ ਰਾਮ। ਸਾਰਾ ਕੋੜ ਕੰਚਨ ਵਰਗੀ ਦੇਹੀ ਹੋ ਗਈ। ਚਾਦਰ ਮਾਰੀ ਲਗਾ ਕੇ ਇਸ਼ਨਾਨ ਕਰਾਤਾ। ਲੋਈ ਕਹਿੰਦੀ ਉੱਥੇ ਪਾਣੀ ਪਿਆ, ਇਸ਼ਨਾਨ ਕਰ ਲੈ। ਤੇ ਤੁਰਿਆ ਜਾਂਦਾ ਹੈ, ਬਰਾਗ ਵਿੱਚ ਆ ਗਿਆ। ਕਹਿੰਦਾ ਜਿਨ੍ਹਾਂ ਨੇ ਜੀਵਨ ਦਿੱਤਾ ਹੈ ਬਸ ਹੁਣ ਕਹਿੰਦਾ ਹੁਣ ਹੋਰ ਕੋਈ ਕੰਮ ਨਹੀਂ ਕਰਦਿਆਂ ਕੋਲ ਤਾਂ ਹੁਣ ਜਾਣ ਦੀ ਲੋੜ ਹੀ ਨਹੀਂ, ਜਿਨ੍ਹਾਂ ਨੇ ਮੈਨੂੰ ਰੋਟੀ ਨਹੀਂ ਦਿੱਤੀ। ਪਰ ਕਹਿੰਦਾ ਧੰਨ ਹੈ ਰਾਮ, ਧੰਨ ਹੈ ਰਾਮ ਦਾ ਭਗਤ ਕਬੀਰ। ਧੰਨ ਹੈ ਰਾਮ, ਧੰਨ ਹੈ ਰਾਮ ਦਾ ਭਗਤ ਕਬੀਰ। ਮੂਹਰੇ ਤੇ ਮਿਲ ਗਿਆ ਕਬੀਰ। ਉਹਨੂੰ ਕਿਹੜਾ ਸਿਆਣ ਸੀ। ਉਹ ਕਹਿੰਦਾ ਠਹਿਰ ਜਾ ਭਾਈ, ਕਬੀਰ ਨੇ ਕੀ ਦੇਤਾ ਤੈਨੂੰ? ਕਹਿੰਦਾ ਕਬੀਰ ਨੇ ਨਵਾਂ ਜੀਵਨ ਦੇਤਾ ਮੈਨੂੰ। ਕੀ? ਕਹਿੰਦਾ ਮੈਨੂੰ ਕੋਹੜ ਹੋਇਆ ਸੀ, ਮੇਰਾ ਕੋਹੜ ਹਟਾਤਾ। ਕਹਿੰਦੇ ਤੂੰ ਕਬੀਰ ਨੂੰ ਜਾਣਦਾ? ਕਹਿੰਦਾ ਨਾ ਜੀ। ਕਹਿੰਦੇ ਫਿਰ ਕੋਹੜ ਕਿਵੇਂ ਹਟਾਤਾ ਕਬੀਰ ਨੇ? ਜਾਂ ਤੈਨੂੰ ਕਦੇ ਮਿਲਿਆ ਕਬੀਰ? ਕਹਿੰਦਾ ਜੀ ਮਿਲਿਆ ਵੀ ਨਹੀਂ ਕਦੇ, ਮੈਂ ਨਾਮ ਸੁਣ ਕੇ ਆਇਆ ਸੀ ਪ੍ਰਤਾਪ ਉਹਦਾ। ਉਹਨਾਂ ਦੇ ਘਰੋਂ ਮਾਤਾ ਲੋਈ ਮਿਲੀ ਸੀ। ਕੀ ਹੋਇਆ? ਉਹਨੇ ਸਾਰੀ ਘਟਨਾ ਕਹੀ ਵੀ ਆਇਆ 3 ਵਾਰੀ ਕਹਾਇਆ ਸੀ ਰਾਮ। ਕਹਿੰਦੇ ਚੰਗਾ ਹੁਣ ਤੂੰ ਤਾਂ ਜਾ। ਜਾ ਕੇ ਕਬੀਰ ਸਾਹਿਬ ਬੈਠ ਗਏ। ਲੋਈ ਦਾ ਧਰਮ ਸੀ ਆ ਕੇ ਪੈਰਾਂ ਤੇ ਮੱਥਾ ਟੇਕਦੀ ਹੁੰਦੀ ਸੀ, ਉਹ ਬਾਹਰੋਂ ਆ ਜਾਂਦੇ ਸੀ। ਉਹ ਮੱਥਾ ਟੇਕਣ ਵਾਸਤੇ ਲੋਈ ਆਈ, ਉਹਨੇ ਪਿੱਠ ਕਰ ਲਈ ਲੋਈ ਕੰਨੀ ਨੂੰ। ਉਹ ਮੂਹਰੇ ਨੂੰ ਹੋਣ ਲੱਗੀ, ਦੂਜੇ ਪਾਸੇ ਨੂੰ ਮੂੰਹ ਕਰ ਲਈ। ਲੋਈ ਕਹਿੰਦੀ ਦੇਖ, ਕਹਿੰਦੇ ਆਰੇ ਨਾਲ ਤਾਂ ਚੀਰਦੇ ਭਾਵੇਂ ਕਾਂਸੀ ਦੇ ਚ ਆ ਰਿਹਾ, ਮੇਰੇ ਵਾਸਤੇ ਉਹ ਪਤਾ ਹੈ। ਕਰਬਤ ਭਲਾ ਨਾ ਕਰਬਟ ਤੇਰੀ, ਤੇਰੀ ਪਿੱਠ ਨਹੀਂ ਮੈਨੂੰ ਚੰਗੀ ਲੱਗਦੀ। ਆਰੇ ਨਾਲ ਚੀਰਦੇ ਭਾਵੇਂ, ਮੈਨੂੰ ਕਸੂਰ ਦੱਸ ਦੇ, ਸਜ਼ਾ ਦੇ ਦੇ ਜਿੰਨੀ ਦੇਣੀ, ਪਰ ਪਿੱਠ ਨਾ ਕਰੀ। ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਕਿਉਂ ਮਾਰਦਾ ਮੈਨੂੰ ਪਿੱਠ ਦੇਖ ਕੇ? ਪਤੀ ਦੀ ਪਿੱਠ ਪਤਨੀ ਸਹਿਨ ਨਹੀਂ ਕਰ ਸਕਦੀ ਜਿਹੜੀ ਪਤੀ ਵਰਤ। ਕਹਿੰਦਾ ਕੋੜੀ ਆਇਆ ਸੀ? ਕਹਿੰਦੀ ਹਾਂਜੀ ਆਇਆ ਸੀ। ਕੋੜ ਹਟਾਇਆ? ਕਹਿੰਦੀ ਹਾਂਜੀ। ਤੁਹਾਡੀ ਸੇਵਾ ਕਰਦੀ ਹੈ, ਮੈਨੂੰ ਤਰਸ ਆ ਗਿਆ ਉਹਦੇ ਤੇ ਦੱਸੋ ਮਾੜੀ ਗੱਲ ਹੋ ਗਈ ਮੇਰੇ ਕੋਲੋਂ ਕੋੜ ਹਟਾਉਣਾ? ਕਹਿੰਦੀ ਨਹੀਂ, ਕੋੜ ਹਟਾਉਣਾ ਕੋਈ ਮਾੜੀ ਗੱਲ ਨਹੀਂ, ਪਰਉਪਕਾਰ ਹੈ ਲੋਈ। ਪਰ ਇੰਨਾ ਚਿਰ ਹੋ ਗਿਆ ਤੈਨੂੰ ਮੇਰੀ ਸੰਗਤ ਕਰਦੇ ਨੂੰ, ਤੈਨੂੰ ਸੰਗਤ ਕਰਦੀ ਨੂੰ ਇੰਨੀ ਅਕਲ ਨਹੀਂ ਆਈ, ਇੰਨਾ ਸਸਤਾ ਲਾਤਾ ਰਾਮ। ਇੱਕ ਵਾਰੀ ਰਾਮ ਕਹਾ ਕੇ ਸੈਂਕੜੇ ਹਜ਼ਾਰਾਂ ਦਾ ਕੋੜ ਹਟਾ ਸਕਦੀ ਹੈ ਤੂੰ ਇੱਕ ਕੋੜੀ ਦੇ ਉੱਤੇ 3 ਵਾਰੀ ਰਾਮ ਕਹਾ ਦਿੱਤਾ। ਮੈਂ ਤਾਂ ਤੇਰੇ ਕਿ ਨਹੀਂ ਪਿੱਠ ਖਿੱਚਦੀ। ਕਹਿੰਦੀ ਮਹਾਰਾਜ ਮੇਰੀ ਸੁਣ ਲਓ ਗੱਲ, ਜੇ ਮੇਰੀ ਗਲਤੀ ਸਾਬਤ ਹੋ ਗਈ ਜੋ ਮਰਜ਼ੀ ਸਜ਼ਾ ਦੇ ਦਿਓ, ਮੈਂ ਸਸਤਾ ਨਹੀਂ ਲਾਇਆ। ਲੋਈ ਕੀ ਕੀਤਾ? ਕਹਿੰਦੇ ਇੱਕ ਵਾਰੀ ਕਹਾ ਕਿ ਕੋੜ ਹਟਾਇਆ। ਕਹਿੰਦੇ ਫਿਰ ਦੂਸਰੀ ਵਾਰ ਕਿਉਂ ਕਿਹਾ? ਕਹਿੰਦੇ ਜੀ ਦੂਜੀ ਵਾਰ ਮੈਂ ਇਸ ਕਰਕੇ ਕਹਾਇਆ ਵੀ ਕੋੜ ਤਾਂ ਹਟ ਗਿਆ ਸੀ, ਜੇ ਬਿਰਸ਼ ਦੀਆਂ ਟਾਹਣੀਆਂ ਵੱਢਦੀਆਂ ਮੁੜ ਕੇ ਫੇਰ ਨਹੀਂ ਫੁੱਟੀਆਂ ਆਉਂਦੀਆਂ। ਇਹਦਾ ਪਾਪ ਉਵੇਂ ਜਿਵੇਂ ਬਣਿਆ ਰਿਹਾ, ਬਿਮਾਰੀ ਹਟ ਜਾਂਦੀ ਹੈ, ਦੁਬਾਰੇ ਹੋ ਜਾਂਦੀ ਹੈ, ਕਿਉਂਕਿ ਇਹ ਜੇ ਕਰਮ ਪਿਆ। ਕਹਿੰਦੇ ਦੂਸਰੀ ਵਾਰ ਰਾਮ ਕਹਾ ਕੇ ਉਹ ਪਾਪ ਦੀ ਜੜ ਵੱਢੀ ਜਿਹੜੇ ਕਰਕੇ ਇਹਨੂੰ ਕੋੜ ਹੋਇਆ ਸੀ। ਕਹਿੰਦੇ ਅੱਛਾ, ਕਹਿੰਦੇ ਫਿਰ ਤਾਂ ਠੀਕ ਹੈ, ਪਰ ਤੀਸਰੀ ਵਾਰ ਕਿਉਂ ਕਹਾਇਆ? ਕਹਿੰਦੇ ਜੀ ਮੈਂ ਸੋਚਿਆ ਵੀ ਹੁਣ ਤੁਹਾਡੇ ਦੁਆਰੇ ਤੇ ਆਇਆ ਹੈ। ਕਹਿੰਦੇ ਤੀਸਰੀ ਵਾਰ ਕਹਾ ਕੇ ਤਾਂ ਫਿਰ ਹੁਣ ਜੰਮਣ ਮਰਨ ਤੋਂ ਹੀ ਮੁਕਤ ਕਰ ਦਿੱਤਾ ਹੈ। ਫਿਰ ਲੋਈ ਨੂੰ ਮੂੰਹ ਕੀਤਾ। ਕਹਿੰਦੇ ਲੋਈ ਵੀ ਤੂੰ ਹੁਣ ਕਿਸੇ ਰਿਸ਼ੀ ਮੁਨੀ ਤੋਂ ਘੱਟ ਨਹੀਂ ਹੈ, ਤੂੰ ਤਾਂ ਘਰ ਬੈਠੀ ਸਾਰਾ ਕੁਝ ਪ੍ਰਾਪਤ ਕਰ ਲਿਆ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਨ ਦੇ ਨਾਲ ਦੁੱਖਾਂ ਦਾ, ਪਾਪਾਂ ਦਾ, ਕਲੇਸ਼ਾਂ ਦਾ ਸਭ ਦਾ ਨਾਸ ਹੋ ਜਾਂਦਾ ਹੈ। ਤੇ ਇਸ ਕਰਕੇ ਫਿਰ ਉਹ ਸਾਰੀ ਜ਼ਿੰਦਗੀ ਕਬੀਰ ਦਾ ਸ਼ਿਸ਼ ਬਣ ਕੇ ਨਾਮ ਦਾ ਪ੍ਰਚਾਰ ਕਰਦਾ ਰਿਹਾ। ਜਿਹਨੂੰ ਲੋਕੀ ਕੋੜੀ ਕਹਿੰਦੇ ਸੀ, ਇਹ ਨਾਮ ਦਾ ਪ੍ਰਤਾਪ ਹੈ। ਸੁਣਨ ਦੇ ਨਾਲ ਨਿਸ਼ਚਾ ਜਿਹਨਾਂ ਨੂੰ ਹੋਵੇ
ਇਹ ਪੌੜੀ ਦਾ ਜਿਹੜਾ ਅੰਤਰੀ ਭਾਵ ਇਸ ਦੇ ਵਿੱਚ ਇਹ ਕਥਨ ਕੀਤਾ ਹੈ ਕਿ ਈਸ਼ਰ ਸ਼ਿਵ ਜੀ ਬ੍ਰਹਮਾ ਇੰਦਰ ਵਿਸ਼ਨੂੰ ਚੰਦਰਮਾ ਪਰਮਾਤਮਾ ਦੇ ਨਾਮ ਸਰਵਣ ਕਰਕੇ ਉਚਾਰਨ ਕਰਕੇ ਤੇ ਉਹ ਐਡੀਆਂ ਪਦਵੀਆਂ ਨੂੰ ਪ੍ਰਾਪਤ ਹੋਏ ਨੇ ਜਾਂ ਇਹ ਸਾਰੇ ਨਾਮ ਦਾ ਮਹਾਤਮ ਦੱਸਦੇ ਨੇ। ਇਹ ਵੱਡੀਆਂ ਵੱਡੀਆਂ ਪਦਵੀਆਂ ਪ੍ਰਾਪਤ ਨਾਮ ਕਰਕੇ ਹੋਈਆਂ। ਇੰਦ ਚੰਦਰਮਾ ਉਹ ਵੀ ਨਾਮ ਦੀ ਮਹਿਮਾ ਉਚਾਰਦਾ ਹੈ, ਪਰਮਾਤਮਾ ਦੇ ਨਾਮ ਨੂੰ ਸਲਾਉਂਦਾ ਹੈ। ਮੰਦੇ ਪੁਰਸ਼ ਵੀ ਚੰਗੇ ਹੋ ਜਾਂਦੇ ਨੇ, ਸ੍ਰੇਸ਼ਟ ਹੋ ਜਾਂਦੇ ਨੇ, ਉਹ ਮੁਖੀ ਸਲਾਉਣਯੋਗ ਹੋ ਜਾਂਦੇ ਨੇ। ਨਾਮ ਦੇ ਸੁਣਨ ਕਰਕੇ ਲੈ ਯੋਗ, ਮੰਤਰ ਯੋਗ, ਹਠ ਯੋਗ, ਸਾਰੇ ਯੋਗਾਂ ਦੀਆਂ ਵਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਚੱਕਰਾਂ ਦਾ ਪਤਾ ਲੱਗਦਾ ਹੈ ਅੰਦਰ ਕੀ ਹੈ। ਨਾਮ ਦੇ ਸਰਵਣ ਕਰਕੇ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦਾ ਸਿਧਾਂਤ ਹਿਰਦੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਸੁਨਹਿਰੀ ਅੱਖਰਾਂ 'ਚ ਉਤਰਨ ਲੱਗ ਜਾਂਦਾ ਹੈ, ਜਿਵੇਂ ਮਹਾਂਪੁਰਖਾਂ ਦੀ ਗੱਲ ਸੁਣਾਈ ਸੀ। ਤੋ ਇਸ ਕਰਕੇ 9ਵੀਂ ਪੌੜੀ ਦੇ ਵਿੱਚ 66 ਅੱਖਰ ਨੇ। ਇਹ 66 ਅੱਖਰਾਂ 'ਚ ਇੱਕ ਪੈਰ ਦਾ ਅੱਖਰ ਹੈ, ਜਿਸ ਕਰਕੇ 67 ਵੀ ਮੰਨੇ ਜਾਂਦੇ ਆ। ਇਹ ਸਾਰੀ ਪੌੜੀ ਦੇ ਵਿੱਚ ਐਸਾ ਸਰਵਣ ਦਾ ਮਹਾਤਮ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਆਓ ਹੁਣ ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 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 ਵਾਹਿਗੁਰੂ